टॉपिक अपना हैगा स्टैंडिंग वेव कहना जी और स्टेशनरी वेव प्रोड्यूस्ड इन ए स्ट्रिंग। ਉਹ ਅਸੀਂ ਇੱਥੋਂ ਇਹਨੂੰ ਸ਼ੁਰੂ ਕੀਤਾ ਸੀਗਾ ਕਿ ਵੀ ਆਪਣੇ ਕੋਲ ਦੋ ਵੇਵਸ ਅਸੀਂ ਲੈ ਰਹੇ, ਇੱਕ ਇਨਸੀਡੈਂਟ ਵੇਵ ਬਣ ਕੇ ਜਿਹੜੀ ਲੈਫਟ ਟੂ ਰਾਈਟ ਡਾਇਰੈਕਸ਼ਨ 'ਚ ਜਾਏਗੀ, ਇੱਕ ਰਿਫਲੈਕਟਡ ਵੇਵ ਜਿਹੜੀ ਮੇਰੇ ਕੋਲ ਰਾਈਟ ਟੂ ਲੈਫਟ ਡਾਇਰੈਕਸ਼ਨ 'ਚ ਵਾਪਸ ਆਏਗੀ। ਤੇ ਸਟ੍ਰਿੰਗ ਦੇ ਉੱਤੇ ਦੋਨੋਂ ਵੇਵਸ ਲਗਾਤਾਰ ਇੱਕ ਦੂਜੇ ਨਾਲ ਇੰਟਰਫੇਅਰ ਕਰਦੀਆਂ। ਉਹਨਾਂ ਦੋਨਾਂ ਦੀ ਪਹਿਲਾਂ ਇੰਡੀਵਿਜੂਅਲ ਇਕੁਏਸ਼ਨ ਦੇ ਦਾਂਗੇ और ਅਸੀਂ ਕਹਿੰਦੇ ਕਿ ਇਹ ਦੋਨੋਂ ਦੀਆਂ ਦੋਨੋਂ ਵੇਵ ਟਰੈਵਲ ਕਰਦੀਆਂ, ਇਸ ਲਈ ਟਰੈਵਲਿੰਗ ਵੇਵਸ ਨੇ ਜਾਂ ਇਹਨੂੰ ਅਸੀਂ ਪ੍ਰੋਗਰੈਸਿਵ ਵੇਵ ਕਹਿੰਦੇ ਆ। ਤੇ ਇਕੁਏਸ਼ਨ ਆਫ ਪਲੇਨ ਪ੍ਰੋਗਰੈਸਿਵ ਵੇਵ ਅਸੀਂ ਆਲਰੇਡੀ ਡਰਾਈਵ ਕੀਤੀ ਹੋਈ ਆ, y = r sin omega t - kx। ਕੱਲ ਇੱਕ ਗੱਲ ਹੋਰ ਦੱਸੀ ਸੀਗੀ, ਆਪਾਂ ਇਕੁਏਸ਼ਨ ਇਸ ਫਾਰਮ ਚ ਡਰਾਈਵ ਕੀਤੀ ਸੀ, r sin 2π/λ vt - x। 2π/λ ਨੂੰ ਬ੍ਰੈਕਟ ਚ ਐਡਜਸਟ ਕਰ ਲਓ, ਫਿਰ ਜਿਹੜੀ ਫਾਈਨਲ ਇਕੁਏਸ਼ਨ ਬਣ ਜਾਂਦੀ ਉਹ ਆ ਫਾਰਮ ਚ ਆ ਜਾਂਦੀ। ਬੇਸ਼ੱਕ ਆਰਟੀਕਲ ਇਸ ਫਾਰਮ ਚ ਡਰਾਈਵ ਕਰ ਦਿਓ, ਬੇਸ਼ੱਕ ਇਸ ਫਾਰਮ ਚ ਕਰ ਲਓ, ਦੋਨਾਂ ਮੈਥਡ ਨਾਲ ਹੋ ਜੂ। ਆਪਾਂ ਜਿਹੜਾ ਸਟੈਂਡਿੰਗ ਵੇਵ ਇਨ ਸਟ੍ਰਿੰਗ, ਸਟੈਂਡਿੰਗ ਵੇਵ ਇਨ ਕਲੋਜ਼ਡ ਆਰਗਨ ਪਾਈਪ ਤੇ ਸਟੈਂਡਿੰਗ ਵੇਵ ਇਨ ਓਪਨ ਆਰਗਨ ਪਾਈਪ, ਤਿੰਨ ਟੌਪਿਕ ਕਰਨੇ ਆ ਬੇਟਾ। ਇਹਨਾਂ ਵਿੱਚੋਂ ਜਿਹੜਾ ਐਸਐਚ ਓਪਨ ਆਰਗਨ ਪਾਈਪ ਆ ਉਹ ਇਸ ਮੈਥਡ ਨਾਲ ਡਰਾਈਵ ਵੀ ਕਰਕੇ ਦੇ ਦਾਂਗਾ, ठीक है। इस वेले जो आप करते पे उन्होंने आप SH ओमेगा टी वाली इक्वेशन शुरू किया, इस लिए कंप्लीट इन्हें करन लग्या। इंसीडेंट वेव जी लैफ्ट टू राइट चलती पई उन्होंने इक्वेशन r sin ओमेगा टी - kx ना रिप्रेजेंट कर दिता। जेड़ी वेव उस रिजिड एंड ते टकरा के वापस आनी आ, उस दो असी क्या सी चेंजेस आनी आ, क्योंकि जिथे वेव टकरानी आ वो रिजिड एंड वा ते यानी वॉल दा मॉलिक्यूल आ। ਤੇ ਐਸ ਸੱਚ ਇਸ ਸਟ੍ਰਿੰਗ ਦੇ ਉੱਤੇ ਜਿਹੜੀ ਡਿਸਟਰਬੈਂਸ ਕ੍ਰੀਏਟ ਹੁੰਦੀ ਪਈ ਆ, ਉਸ ਡਿਸਟਰਬੈਂਸ ਨੇ ਜਾ ਕੇ ਵਾਲ ਦੇ ਮੋਲੀਕਿਊਲ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰਨੀ। ਪਰ ਕਿਉਂਕਿ ਵਾਲ ਦਾ ਮੋਲੀਕਿਊਲ ਰਿਜਿਡ ਐਂਡ ਵਾ, ਤਾਂ ਰਿਜਿਡ ਐਂਡ ਆਪਣੀ ਥਾਂ ਤੋਂ ਡਿਸਪਲੇਸ ਨਹੀਂ ਹੋਣਾ। ਤੇ ਜਦੋਂ ਰਿਜਿਡ ਐਂਡ ਆਪਣੀ ਥਾਂ ਤੋਂ ਡਿਸਪਲੇਸ ਨਹੀਂ ਹੋਏਗਾ ਤੇ ਇਹਦਾ ਮਤਲਬ ਜਿਹੜਾ ਕ੍ਰੈਸਟ ਉਸ ਐਂਡ ਤੇ ਪਹੁੰਚਿਆ ਉਹਨੇ ਐਸ ਸੱਚ ਇਸ ਪਾਰਟੀਕਲ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰਨੀ ਹੈ। ਜਦੋਂ ਨੇ ਇਹਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰਨੀ ਆ, ठीक है, ये एसएच वॉल दे मॉलिक्यूल ते एक तरह एक्शन होया, ते जदों पुत एक्शन होएगा ओदा रिएक्शन जेड़ा ओ थल्ले नूं आना। ਇਹਦਾ ਮਤਲਬ ਜਿਹੜਾ ਕ੍ਰੈਸਟ ਇਸ ਥਾਂ ਤੇ ਪਹੁੰਚਦਾ એનર્ਜੀ ਲੈ ਕੇ ਔਰ ਵਾਲ ਦੇ ਮੋਲੀਕਿਊਲ ਨੂੰ ਅਪਵਰਡ ਡਿਸਪਲੇਸ ਕਰਨਾ ਚਾਹ ਰਿਹਾ, ਠੀਕ ਹੈ, ਉਹ ਵਾਲ ਦਾ ਮੋਲੀਕਿਊਲ ਡਿਸਪਲੇਸ ਹੋਣਾ ਨਹੀਂ, ਇਨ ਟਰਨ ਉਹਨੇ ਐਸਐਚ એનર્ਜੀ ਜਿਹੜੀ ਰਿਫਲੈਕਟ ਬੈਕ ਕੀਤੀ ਉਹ ਮੇਰਾ ਕ੍ਰੈਸਟ ਦਾ ਟਰਫ ਬਣ ਕੇ ਵਾਪਸ ਮੁੜਨੀ ਆ। ਇਹਦਾ ਮਤਲਬ ਇਹ ਹੋ ਗਿਆ ਦੋ ਚੇਂजेस ਆਣੀਆਂ ਰਿਫਲੈਕਟਡ ਵੇਵ ਦੇ ਅੰਦਰ। ਇੱਕ ਤੇ ਉਹ ਕ੍ਰੈਸਟ ਤੋਂ ਟਰਫ ਚ ਬਦਲ ਗਿਆ, ਮਤਲਬ 180 ਡਿਗਰੀ ਉਹਦਾ ਫੇਜ਼ ਰਿਵਰਸ ਹੋ ਗਿਆ, ਤੇ ਦੂਜਾ ਉਹ ਪਲੱਸ x ਵਾਲੀ ਡਾਇਰੈਕਸ਼ਨ ਦੀ ਥਾਂ ਤੇ ਮਾਈਨਸ x ਵਾਲੀ ਡਾਇਰੈਕਸ਼ਨ ਚ ਆ ਗਿਆ। ਇਹਨਾਂ ਦੋ ਚੇਂजेस ਨੂੰ ਅਸੀਂ ਇੱਥੇ ਲਿਖ ਦਿੱਤਾ ਕਿ ਵੀ x ਦੀ ਥਾਂ ਤੇ ਮਾਈਨਸ x ਆ ਗਿਆ ਤੇ 180 ਡਿਗਰੀ ਦਾ ਫੇਜ਼ ਡਿਫਰੈਂਸ, ਤੇ ਸਾਈਨ 180 ਪਲੱਸ ਥੀਟਾ ਮਾਈਨਸ ਸਾਈਨ ਥੀਟਾ ਹੁੰਦਾ, ठीक है। तो इक्वेशन मेरी आही वाली मॉडिफाई करके -r sin ओमेगा t + kx बन गई। क्या इक्वेशन 1 ते इक्वेशन 2 उन्होंने क्लीयर आ जिन्होंने कल नई टॉपिक अटेंड किया सी? यस सर, यस सर। उस तो नेक्स्ट स्टेप के अंदर आप क्या जी वेव ओवरलैप करनगियां, ਇਹਦਾ मतलब सुपर इंपोज करनगियां। आप दोनों इक्वेशनां ਨੂੰ ऐड कर लिया, ठीक है जी। दोनों इक्वेशन लिख के, ठीक है जी, आर कॉमन कट के साइन सी माइनस साइन डी का स्टैंडर्ड फॉर्मूला वा जिन्होंने सी डी फॉर्मूला कहने वो अप्लाई करो। 2 sin c minus d by 2 cos c plus d by 2 ये फॉर्मूला एक बारी आ c ते आ d नु ऐड करके एक बार इन्हां नु माइनस करके बना दियो। थले असी ओदी कैलकुलेशन करके दिखाई हुई आ। ਜਦੋਂ ਇੱਕ ਵਾਰੀ ਇਹਨਾਂ ਨੂੰ ਐਡ ਕਰਦਾ ਪਿਆ ਇੱਥੇ ਸਬਟ੍ਰੈਕਟ ਕਰਦਾ ਪਿਆ, ਇਹਦੇ ਵਿੱਚ ਕੀ ਹੋਏਗਾ, ਓਮੇਗਾ ਟੀ ਕੈਨਸਲ ਹੋ ਜਾਣਾ, kx ਵਾਲੀਆਂ ਟਰਮ ਮੇਰੀਆਂ ਐਡ ਹੋ ਜਾਣੀਆਂ, ਉਹ 2kx/2 ਬਚ ਜਾਊਗਾ। 2kx/2 ਬਚਣਾ, 2 ਕੱਟ ਲਿਆ, kx ਬਚ ਗਿਆ। ਦੂਜੇ ਵਿੱਚੋਂ kx ਕੈਨਸਲ ਹੋ ਜਾਣਾ ਤੇ 2 ਓਮੇਗਾ t/2 2 ਕੱਟਿਆ ਜਾਣਾ ਤੇ ਓਮੇਗਾ ਟੀ ਬਚ ਜੂ। ਯਾਨੀ ਮੇਰੀ ਆ y ਦੀ ਇਕੁਏਸ਼ਨ ਆ ਗਈ -2r sin kx into cos omega t। क्या क्लियर है सारिਆਂ ਨੂੰ? Yes sir, यस सर। ਇੱਥੇ ਆ ਕੇ ਫਿਰ ਅਸੀਂ ਡਿਫਾਈਨ ਹੈ ਕੀਤਾ ਕਿ ਜਿਹੜੀ ਦੋ ਵੇਵਸ ਨੂੰ ਐਡ ਕਰਕੇ ਨਵੀਂ ਵੇਵ ਬਣੀ ਹੈ ਨਾ, ਜੇ ਇਹਦੇ ਫਾਰਮੈਟ ਨੂੰ ਚੈੱਕ ਕਰਾਂ ਤੇ ਜਿਹੜੀਆਂ ਤੁਹਾਡੀਆਂ ਦੋ ਗਿਵਨ ਇਕੁਏਸ਼ਨ ਦਾ ਫਾਰਮੈਟ ਆ ਇਹ ਰਲਦੇ ਨਹੀਂ। ਇੱਥੇ ਟਰਮ ਓਮੇਗਾ ਟੀ ਮਾਈਨਸ kx ਜਾਂ ਓਮੇਗਾ ਟੀ ਪਲੱਸ kx ਦੇ ਫਾਰਮੈਟ ਚ ਆ। ਜਿਹੜੀ ਫਾਈਨਲ ਇਕੁਏਸ਼ਨ ਬਣੀ ਆ
ਉਹ ਚ ਓਮੇਗਾ ਟੀ ਪਲੱਸ ਮਾਈਨਸ ਕੇ ਐਕਸ ਵਾਲੀ ਕੋਈ ਫਾਰਮੈਟ ਨਹੀਂ ਆਈ। ਇਸ ਲਈ ਅਸੀਂ ਇੱਥੇ ਆ ਕੇ ਵਰਡ ਯੂਜ਼ ਕਰਦੇ ਹਾਂ ਕਿ ਜਿਹੜੀ ਦੋਨਾਂ ਟਰੈਵਲਿੰਗ ਵੇਵ ਨੂੰ ਐਡ ਕਰਕੇ ਨਵੀਂ ਇਕੁਏਸ਼ਨ ਆਈ ਆ ਹਨਾ, ਉਹ ਐਸ ਸੱਚ ਟਰੈਵਲਿੰਗ ਵੇਵ ਤੋਂ ਡਿਫਰੈਂਟ ਆਈ ਆ। ਇਸ ਲਈ ਅਸੀਂ ਕਹਿੰਦੇ ਕਿ ਵੀ ਰਿਜ਼ਲਟੈਂਟ ਵੇਵ ਟਰੈਵਲਿੰਗ ਵੇਵ ਨਹੀਂ ਆਈ, ਰਿਜ਼ਲਟੈਂਟ ਵੇਵ ਟਰੈਵਲਿੰਗ ਵੇਵ ਤੋਂ ਹਟ ਕੇ ਕੁਝ ਆਈ ਆ। ਅਸੀਂ ਕਹਿੰਦੇ ਕਿਉਂਕਿ ਇਹ ਇੱਕ ਨਿਊ ਫਾਰਮ ਵੇਵ ਦਾ ਬਣਿਆ ਔਰ ਦੋ ਵੇਵ ਦੇ ਆਪੋਜ਼ਿਟ ਡਾਇਰੈਕਸ਼ਨ ਚੋਂ ਟਰੈਵਲ ਕਰਕੇ ਓਵਰਲੈਪ ਕਰਨ ਕਰਕੇ ਬਣਿਆ, ਤੇ ਦੋ ਵੇਵ ਆਪੋਜ਼ਿਟ ਡਾਇਰੈਕਸ਼ਨ ਚੋਂ ਟਰੈਵਲ ਕਰਕੇ ਓਵਰਲੈਪ ਜਦੋਂ ਕਰਦੀਆਂ ਅਸੀਂ ਕਹਿੰਦੇ ਰਿਜ਼ਲਟੈਂਟ ਵੇਵ ਨੂੰ ਸਟੈਂਡਿੰਗ ਵੇਵ ਕਹੋ। ਇਸ ਲਈ ਇੱਥੇ ਅਸੀਂ ਵਰਡ ਫਿਰ ਯੂਜ਼ ਕੀਤਾ ਕਿ ਜਿਹੜੀ ਆ ਇਕੁਏਸ਼ਨ ਆ ਗਈ ਇਹ ਇੱਕ ਨਿਊ ਟਾਈਪ ਦੀ ਵੇਵ ਆ ਗਈ ਜਿਹਨੂੰ ਅਸੀਂ ਕਹਿੰਦੇ ਸਟੇਸ਼ਨਰੀ ਵੇਵ ਆ ਗਈ, ਔਰ -2r into sin kx ਇਹ ਮੇਰੀ ਨਵੀਂ ਬਣੀ ਵੇਵ ਦਾ ਐਂਪਲੀਟਿਊਡ ਬਣ ਜਾਏਗਾ, ਔਰ cos ਉਹਦਾ ਕਹਿੰਦਾ ਜੀ ਐਂਗਲ ਡਿਫਾਈਨ ਕਰੇਗਾ। ਸੋ 2r sin kx ਨਵੀਂ ਬਣੀ ਵੇਵ ਦਾ ਐਂਪਲੀਟਿਊਡ, y ਉਹਦਾ ਮੇਰੇ ਕੋਲ ਡਿਸਪਲੇਸਮੈਂਟ ਦੀ ਵੈਲਿਊ ਦੱਸੇਗਾ, ਤੇ cos ਓਮੇਗਾ t ਉਹਦਾ ਐਂਗਲ ਡਿਫਾਈਨ ਕਰੇਗਾ। क्या इतना क्लियर? Yes, sir. ਚਲ ਹੁਣ ਇੱਥੇ ਤੱਕ ਜੇ ਲੈ ਕੇ ਚੱਲਾ ਬੇਟਾ ਆਪਣੀ ਇਕੁਏਸ਼ਨ ਜਿਹੜੀ ਸੀਗੀ, ਪਹਿਲਾ ਪਾਰਟ ਇਹ ਸੀਗਾ ਕਿ ਦੋ ਇਕੁਏਸ਼ਨਾਂ ਨੂੰ ਐਡ ਕਰਕੇ ਇੱਕ ਸਟੇਸ਼ਨਰੀ ਵੇਵ ਦੀ ਇਕੁਏਸ਼ਨ ਬਣਾ ਦਿਓ, ਬਣ ਗਈ। ਹੁਣ ਉਸ ਤੋਂ ਬਾਅਦ ਉਹਨੇ ਤੁਹਾਡੇ ਕੋਲ ਲੈਮਡਾ ਦਾ ਫਾਰਮੂਲਾ ਇੱਕ ਕਿ ਸਟ੍ਰਿੰਗ ਦੇ ਉੱਤੇ ਰੱਸੀ ਦੇ ਉੱਤੇ ਜਿਹੜੀਆਂ ਵੇਵਸ ਬਣਦੀਆਂ ਜਿਵੇਂ ਉਹਦੀ ਵੇਵਲੈਂਥ ਕੈਲਕੂਲੇਟ ਕਰਨੀ ਆ, ਤੇ ਆ ਉਹਦਾ ਫਾਰਮੂਲਾ ਮੇਰੇ ਕੋਲ ਆ ਜਾਏਗਾ। ਇੱਥੇ ਤੱਕ ਜਾਣ ਵਾਸਤੇ ਅਸੀਂ ਕਿਹੜੀ ਕੰਡੀਸ਼ਨ ਲੈ ਰਹੇ, ਹੁਣ ਸਾਰੇ ਫੇਰ ਦੁਬਾਰਾ ਇੱਕ ਵਾਰ ਧਿਆਨ ਨਾਲ ਸਮਝਿਓ। ਅਸੀਂ ਕਿਹਾ ਸੀਗਾ ਕਿ ਸਟ੍ਰਿੰਗ ਦੇ ਦੋ ਐਂਡ ਆ, ਠੀਕ ਹੈ, ਰੱਸੀ ਅਸੀਂ ਦੋ ਪਾਸਿਓਂ ਬੰਨੀ ਹੋਈ ਆ, ਦੀਵਾਰ ਦੋ ਦੀਵਾਰਾਂ ਦੇ ਉੱਤੇ ਦੋ ਕਿੱਲ ਲਾਤੇ, ਠੀਕ ਹੈ ਜੀ, ਉਹਨਾਂ ਤੇ ਰੱਸੀ ਬੰਨੀ ਆ। ਇਹਦਾ ਮਤਲਬ ਰੱਸੀ ਦੇ ਦੋਨੋਂ ਹੀ ਸਿਰੇ ਜਿਹੜੇ ਨੇ, ਰੱਸੀ ਦੇ ਸਟ੍ਰਿੰਗ ਦੇ ਦੋਨੋਂ ਹੀ ਐਂਡ ਜਿਹੜੇ ਨੇ ਉਹ ਫਿਕਸਡ ਨੇ, ਤੇ ਜੇ ਦੋਨੋਂ ਹੀ ਐਂਡ ਉਹਦੇ ਫਿਕਸਡ ਨੇ ਤੇ ਫਿਕਸਡ ਐਂਡ ਰਿਜਿਡ ਐਂਡ ਬਣ ਜਾਂਦਾ, ਤੇ ਰਿਜਿਡ ਐਂਡ ਦੀ ਕੋਈ ਡਿਸਪਲੇਸਮੈਂਟ ਨਹੀਂ ਆਉਂਦੀ। ਤੇ ਜੇ ਰਿਜਿਡ ਐਂਡ ਦੀ ਕੋਈ ਡਿਸਪਲੇਸਮੈਂਟ ਨਹੀਂ ਆਉਂਦੀ, ਲਾਈਨਾਂ ਸਮਝਣ ਵਾਲੀਆਂ ਅਗਲੇ ਤਿੰਨਾਂ ਟੌਪਿਕ ਵਾਸਤੇ, ਠੀਕ ਹੈ, ਜੇ ਰਿਜਿਡ ਐਂਡ ਦੀ ਕੋਈ ਡਿਸਪਲੇਸਮੈਂਟ ਨਹੀਂ ਆਉਂਦੀ ਨਾ ਇਸ ਐਂਡ ਤੋਂ ਨਾ ਇਸ ਐਂਡ ਤੋਂ, ਇਹਦਾ ਮਤਲਬ ਇਹ ਹੋ ਗਿਆ ਇਸ ਸਟ੍ਰਿੰਗ ਦੇ ਦੋਨਾਂ ਐਂਡ ਦੇ ਉੱਤੇ ਡਿਸਪਲੇਸਮੈਂਟ 0 ਆਊਗੀ। ਤੇ ਜਿਹੜੇ ਪੁਆਇੰਟ ਤੇ ਡਿਸਪਲੇਸਮੈਂਟ 0 ਹੁੰਦੀ ਉਸ ਪੁਆਇੰਟ ਨੂੰ ਅਸੀਂ ਨੋਡ ਕਹਿੰਦੇ ਆ। ਉਸ ਪੁਆਇੰਟ ਨੂੰ ਅਸੀਂ ਵਰਡ ਦਿੰਦੇ ਕਿ ਵੀ ਇੱਥੇ ਨੋਡ ਬਣੇਗਾ। ਨੋਡ ਤੇ ਐਂਟੀ ਨੋਡ ਦੋ ਵਰਡ ਦੱਸੇ ਸੀ। ਨੋਡ ਕਹਿੰਦੇ ਕਿ ਜਿੱਥੇ ਡਿਸਪਲੇਸਮੈਂਟ 0 ਆ, ਐਂਟੀ ਨੋਡ ਕਹਿੰਦੇ ਜਿੱਥੇ ਡਿਸਪਲੇਸਮੈਂਟ ਮੈਕਸਿਮਮ ਆ, ਠੀਕ ਹੈ ਨਾ। ਆ ਪੁਆਇੰਟ ਹੋਏਗਾ ਇੱਥੇ ਡਿਸਪਲੇਸਮੈਂਟ ਮੈਕਸਿਮਮ ਆ, ਠੀਕ ਹੈ ਜੀ। ਆ ਪੁਆਇੰਟ ਹੋਊਗਾ, ਇਹਨਾਂ ਪੁਆਇੰਟਸ ਤੇ ਡਿਸਪਲੇਸਮੈਂਟ 0, ਇਹ ਨੋਡ ਨੇ, ਤੇ ਵਿੱਚ ਜਿੱਥੇ ਵੀ ਨੋਡ ਤੇ ਐਂਟੀ ਨੋਡ ਬੰਨੇ ਉਹ ਵੱਖਰੇ ਰਹਿ ਗਏ, ਪਰ ਸਟ੍ਰਿੰਗ ਦੇ ਦੋਨਾਂ ਹੀ ਐਂਡ ਦੇ ਉੱਤੇ ਕਿਉਂਕਿ ਰਿਜਿਡ ਐਂਡ ਨਾਲ ਬਾਉਂਡ ਨੇ, ਇਸ ਲਈ ਦੋਨਾਂ ਹੀ ਐਂਡ ਦੇ ਉੱਤੇ ਮੇਰੇ ਕੋਲ ਇੱਥੇ ਨੋਡ ਬਣਦੇ ਆ। ਕਿਆ ਇੰਨੀ ਗੱਲ ਪਹਿਲਾਂ ਸਮਝ ਲੱਗੀ? Yes, sir. Yes, sir. ਕੰਡੀਸ਼ਨ ਨੂੰ ਮੈਥਮੈਟਿਕਲੀ ਦੱਸਣ ਲਈ ਅਸੀਂ x ਦੀਆਂ ਦੋ ਵੈਲਿਊਜ਼ ਲਵਾਂਗੇ। ਸਟ੍ਰਿੰਗ ਦਾ ਇੱਕ ਐਂਡ 0 ਮੀਟਰ ਤੇ ਆ ਤੇ ਸਟ੍ਰਿੰਗ ਦਾ ਦੂਜਾ ਐਂਡ l ਮੀਟਰ ਤੇ ਆ, ਮਤਲਬ ਰੱਸੀ l ਮੀਟਰ ਲੌਂਗ ਆ। ਇੱਕ ਜਿੱਧਰੋਂ ਆਪਾਂ ਇੰਚੀ ਟੇਪ ਲਾਣਾ ਸ਼ੁਰੂ ਕੀਤਾ ਉਹ 0 ਮੀਟਰ ਐਂਡ ਆ, ਤੇ ਦੂਜਾ ਮੇਰਾ l ਮੀਟਰ ਐਂਡ ਆ। ਇੱਕ ਵਾਰੀ ਤੁਸੀਂ ਆ ਜਿਹੜੀ y ਦੀ ਇਕੁਏਸ਼ਨ ਬਣਾਈ ਆ, ਜਿਹੜੀ ਤੁਹਾਡੇ ਕੋਲ y ਦੀ ਆ ਇਕੁਏਸ਼ਨ ਆਈ ਆ, ਇਹ ਚ ਇੱਕ ਵਾਰੀ x 0 ਭਰ ਦਵਾਂ, 0 ਭਰੂੰਗਾ ਤਾਂ ਸਾਈਨ 0 0 ਹੋ ਜਾਂਦਾ ਤੇ ਪੂਰੀ ਟਰਮ 0। ਇਹਦਾ ਮਤਲਬ y ਯਾਨੀ ਡਿਸਪਲੇਸਮੈਂਟ ਦੀ ਵੈਲਿਊ 0 ਆ ਜੂ, ਔਰ ਡਿਸਪਲੇਸਮੈਂਟ 0 ਦਾ ਮਤਲਬ ਆ ਅਸੀਂ ਕਹਿੰਦੇ ਜੀ ਉਸ ओरिजिन ਦੇ ਉੱਤੇ ਨੋਡ ਬਣੇਗਾ। क्या आ मैथमेटिकल कंडीशन क्लियर है? Yes, sir. Yes, sir. ਉਸ ਤੋਂ ਬਾਅਦ ਅਸੀਂ ਕਿਹਾ ਜੀ ਇਹ 0 ਮੀਟਰ ਐਂਡ ਦੀ ਗੱਲ ਕੀਤੀ, ਇਹਦੇ x ਦੀ ਵੈਲਿਊ ਦੂਜੀ ਵਾਰੀ l ਪੁੱਟ ਕਰਾਂਗੇ ਇਸੇ ਥਾਂ ਦੇ ਉੱਤੇ। ਜਦੋਂ x ਦੀ ਥਾਂ ਤੇ l ਲਿਖਾਂਗਾ ਤੇ ਆਪਣੀ ਇਕੁਏਸ਼ਨ ਬਣ ਗਈ, ਕਹਿੰਦਾ ਜੀ ਐਟ ਅਦਰ ਐਂਡ ਆਫ ਸਟ੍ਰਿੰਗ ਜਦੋਂ x ਨੂੰ l ਪੁੱਟ ਕਰਨਾ y ਦੀ ਵੈਲਿਊ -2r sin kl into cos omega t ਆ ਗਿਆ। ਹੁਣ ਸਾਰੇ ਜਾਣੇ ਥੋੜੇ ਅਟੈਂਟਿਵ ਹੋ ਕੇ ਇਸ ਚੀਜ਼ ਨੂੰ ਸਮਝ ਲਿਓ। ਜਿਹੜਾ ਪਾਰਟ ਹੁਣ ਕਰਨ ਲੱਗਿਆ ਇਸ ਟੌਪਿਕ ਦੇ ਅੰਦਰ, ਤੇ ਜਿਹੜਾ ਅਗਲਾ ਕਲੋਜ਼ਡ ਆਰਗਨ ਪਾਈਪ ਆ ਜਿੰਨਾ ਇਸ ਤੋਂ ਪਿਛਲੇ ਪਾਰਟ ਤੱਕ ਕੀਤਾ, ਇੱਕ ਵਰਡ ਵੀ ਨਹੀਂ ਚੇਂਜ ਕਰਨਾ, ਇਹੀ ਡੈਰੀਵੇਸ਼ਨ ਦੁਬਾਰਾ ਆਪਣੀ ਰਹਿਣੀ ਹੈ। ਸਿਰਫ ਇੱਥੇ ਆ ਕੇ ਜਦੋਂ ਅਦਰ ਐਂਡ ਦੀ ਗੱਲ ਕਰਾਂਗੇ ਨਾ, ਇੱਥੇ ਇੱਕ ਵਰਡ ਨੇ ਚੇਂਜ ਹੋਣਾ, ਠੀਕ ਹੈ, ਜਿੰਨਾ ਅਗਲੇ ਆਰਟੀਕਲ ਦਾ ਪਾਰਟ ਚੇਂਜ ਹੋਏਗਾ। ਮਤਲਬ ਇੰਨੀ ਡੈਰੀਵੇਸ਼ਨ ਇੱਕ ਚ ਆਂਦੀ ਹੈ ਤੇ ਦੂਜੇ ਚ ਉਹੀ ਡੈਰੀਵੇਸ਼ਨ ਰਹਿਣੀ ਆ, ਕੁਝ ਚੇਂਜ ਨਹੀਂ ਆਏਗਾ ਉਹਦੇ ਅੰਦਰ। ਹੁਣ ਇਹਦੇ ਵਿੱਚ ਕਿੱਥੇ ਆਪਾਂ ਗੱਲ ਕਰਨ ਲੱਗੇ, ਆ ਲਾਈਨ ਤੇ ਆ ਕੇ ਜਦੋਂ ਸਟ੍ਰਿੰਗ ਦੇ ਦੂਜੇ ਐਂਡ ਤੇ ਆਏ ਜਿਹੜਾ ਕਿ l ਮੀਟਰ ਦੂਰ ਆ, ਆਪਾਂ x ਦੀ ਥਾਂ ਤੇ l ਭਰ ਲਿਆ, ਔਰ ਅਸੀਂ ਕਿਹਾ ਜੀ ਸਟ੍ਰਿੰਗ ਦਾ ਦੂਜਾ ਐਂਡ ਵੀ ਰਿਜਿਡ ਆ।
ਜੇ ਸਟ੍ਰਿੰਗ ਦਾ ਦੂਜਾ ਐਂਡ ਵੀ ਰਿਜਿਡ ਆ ਤੇ ਇਸ ਐਂਡ ਦੇ ਉੱਤੇ ਹਮੇਸ਼ਾ ਡਿਸਪਲੇਸਮੈਂਟ ਯਾਨੀ y ਦੀ ਵੈਲਿਊ 0 ਰਹਿਣੀ ਆ। ਇਸ ਲਈ ਅਸੀਂ ਕੀ ਕਿਹਾ, ਕਹਿੰਦਾ ਜੀ as the other end of string is attached to the rigid support therefore y at other end should be 0। क्या लाइन समझ आई? Yes, Yes, sir. sir. ਇਹਨੂੰ 0 ਸਬਸਟੀਟਿਊਟ ਕਰਤਾ, ਜਦੋਂ y ਨੂੰ 0 ਪੁੱਟ ਅਪ ਕੀਤਾ ਤੇ ਇਟ ਮੀਨਸ ਦਾ ਹੋਲ ਟਰਮ ਸ਼ੁਡ ਇਕੁਅਲ ਟੂ 0। ਹੁਣ ਇੱਥੇ ਸਾਈਨ ਦੀ ਉਹ ਵੈਲਿਊ ਆ ਜਿਹੜੀ ਚੇਂਜ ਹੋ ਕੇ ਕਹਿੰਦਾ ਜੀ ਐਸ ਐਚ y ਦੀਆਂ ਡਿਫਰੈਂਟ ਵੈਲਿਊ ਬਣਾ ਰਹੀ। ਪਹਿਲਾਂ ਅਸੀਂ ਸਾਈਨ k ਇੰਟੂ 0 ਭਰਿਆ ਸੀ, ਹੁਣ ਸਾਈਨ ਇੰਟੂ ਕਹਿੰਦਾ ਜੀ ਸਾਈਨ ਆਫ k ਇੰਟੂ l ਭਰਿਆ। ਯਾਨੀ ਇੱਥੇ ਸਾਈਨ ਦੀ ਵੈਲਿਊ ਦੇ ਬਦਲਣ ਨਾਲ ਹਨਾ y ਦੀ ਵੈਲਿਊ ਬਦਲਦੀ ਪਈ ਆ। ਤੇ ਇਸ ਕਰਕੇ ਹੁਣ ਜਦੋਂ y 0 ਆਇਆ ਤੇ ਇਹਦਾ ਮਤਲਬ ਜ਼ਰੂਰ ਸਾਈਨ ਦੀ ਕੋਈ ਇਦਾਂ ਦੀ ਵੈਲਿਊ ਆਈ ਹੋਊਗੀ, ਸਾਈਨ ਦਾ ਕੋਈ ਇਦਾਂ ਦਾ ਐਂਗਲ ਆਇਆ ਹੋਊਗਾ ਜਿਹਦੇ ਕਰਕੇ ਆ ਟਰਮ 0 ਆਈ ਆ। ਅਸੀਂ ਕਹਿੰਦੇ ਫਿਰ ਉਹ ਸਾਰੇ ਐਂਗਲ ਡਿਫਾਈਨ ਕਰੋ, ਸਾਈਨ ਦਾ ਕਿਹੜਾ ਕਿਹੜਾ ਉਹ ਐਂਗਲ ਹੋ ਸਕਦਾ ਹਨਾ। ਅਸੀਂ ਕਿਹਾ ਕਿ ਵੀ ਆ ਐਸ ਐਚ ਚੋਰੀ ਹੋਈ ਆ ਹਨਾ, ਔਰ ਐਸ ਐਚ ਕਿਸੇ ਨਾ ਕਿਸੇ ਨੇ ਕੀਤੀ ਹੈ, ਤੇ ਮੈਂ ਕਿਹਾ ਵੀ ਇਹ ਸਾਰਿਆਂ ਦੇ ਜੇਬਾਂ ਫੋਲ ਦਿਓ, ਕਿਸੇ ਨਾ ਕਿਸੇ ਕੋਲੋਂ ਪਤਾ ਲੱਗ ਜੂ ਕਿਹਨੇ ਕਿਹਨੇ ਚੋਰੀ ਕੀਤੀ ਹੈ। ਇਹੀ ਲਾਈਨ ਇੱਥੇ ਅਪਲਾਈ ਕਰਨ ਤੇ ਕਹਿ ਰਿਹਾ ਕਿ ਜਦੋਂ y ਦੀ ਵੈਲਿਊ 0 ਆਈ ਹੈ ਤੇ ਸਾਈਨ ਦੀ ਇਸ ਵੈਲਿਊ ਨੇ ਕੋਈ ਐਂਗਲ ਇਦਾਂ ਦਾ ਬਣਾਇਆ ਹੋਊਗਾ ਜਿਹਦੇ ਕਰਕੇ y 0 ਹੋਇਆ। ਉਹ ਕਹਿੰਦਾ ਕਿਹੜਾ ਉਹ ਐਂਗਲ ਪੋਸੀਬਲ ਆ? ਤੁਸੀਂ ਕਿਹਾ ਜੀ ਸਾਈਨ kl 0 ਕਦੋਂ ਸਾਈਨ 0 ਪਾਈ ਤੇ, ਸਾਈਨ 1 ਪਾਈ ਯਾਨੀ 180 ਤੇ, ਸਾਈਨ 2 ਪਾਈ ਯਾਨੀ 360 ਡਿਗਰੀ ਤੇ, ਫਿਰ 540 ਤੇ, ਫਿਰ 720 ਤੇ ਐਂਡ ਸੋ ਔਨ। ਇਹਦਾ ਮਤਲਬ ਜਦੋਂ ਜਦੋਂ ਸਾਈਨ ਦੀ ਵੈਲਿਊ 1 ਪਾਈ 2 ਪਾਈ n ਪਾਈ ਦੇ ਮਲਟੀਪਲ ਚ ਆਂਦੀ ਜਾਏਗੀ, ਸਾਰੇ ਸਾਈਨ ਦੇ ਉਹ ਐਂਗਲ ਆਂਦੇ ਜਾਣੇ ਜਦੋਂ ਜਦੋਂ ਸਾਈਨ ਦੀ ਵੈਲਿਊ 0 ਆ। ਇਸ ਲਈ 0 ਦੀ ਥਾਂ ਤੇ ਅਸੀਂ ਸਾਈਨ n ਪਾਈ ਲਿਖ ਲਿਆ ਤੇ ਦੂਜੇ ਪਾਸੇ ਸਾਈਨ kl ਆ। ਇਹ ਮਤਲਬ kl ਤੇ n ਪਾਈ ਨੂੰ ਇਕੁਏਟ ਕਰ ਦੋ ਤੇ k ਦੀ ਵੈਲਿਊ ਲੈਮਡਾ ਦੀ ਫਾਰਮ ਚ ਨਾਲ ਡਿਫਾਈਨ ਕਰ ਲਓ, ਕਿਉਂਕਿ ਪ੍ਰੋਪੇਗੇਸ਼ਨ ਕਾਂਸਟੈਂਟ ਨੂੰ ਲੈਮਡਾ ਦੀ ਫਾਰਮ ਚ ਲਿਖ ਸਕਦੇ ਆ। ਠੀਕ ਹੈ, ਉਹ ਭਰ ਕੇ ਲੈਮਡਾ ਦਾ ਮੇਰੇ ਕੋਲ ਫਾਰਮੂਲਾ ਬਣ ਗਿਆ। ਕਿਆ ਇੰਨਾ ਸਮਝ ਆਇਆ? Yes, sir. Yes, sir. Yes, sir. Yes, sir. ਚਲੋ, ਜੇ ਇੱਥੇ ਦਾ ਕਿਸੇ ਨੂੰ ਹੁਣ ਕੋਈ ਡਾਊਟ ਆ, ਮੈਂ ਸਾਰਾ ਟਾਈਮ ਹੁਣ ਤੱਕ ਦਾ ਪਿਛਲੇ ਟੌਪਿਕ ਨੂੰ ਰਿਕਾਲ ਕਰਾਉਣ ਲਈ ਲਾਇਆ। ਕਿਆ ਸਾਰਿਆਂ ਨੂੰ ਕਲੀਅਰ ਕਿ ਕਿਸੇ ਨੂੰ ਕੋਈ ਸਟੈਪ ਡਾਊਟਫੁਲ ਹੈਗਾ? No, sir. Clear है, sir. ਚਲੋ, ਹੁਣ ਇਹਦੇ ਵਿੱਚ ਆਪਣਾ ਸੈਕਿੰਡ ਪਾਰਟ ਇੱਕ ਕੰਪਲੀਟ ਹੋ ਗਿਆ। ਮੈਂ ਆਰਟੀਕਲ ਨੂੰ 3 ਪਾਰਟ ਚ ਡਿਵਾਈਡ ਕਰਕੇ ਚੱਲਦਾ ਹੁੰਦਾ ਕਿ ਵੀ ਪਹਿਲਾਂ ਸਟੇਸ਼ਨਰੀ ਵੇਵ ਦੀ ਕੰਡੀਸ਼ਨ ਬਣਾ ਦਿਓ, ਫਿਰ ਵੇਵਲੈਂਥ ਦਾ ਫਾਰਮੂਲਾ ਡਰਾਈਵ ਕਰ ਦਿਓ, ਇਹਦੇ ਬਿਹਾਫ ਤੇ ਫਿਰ ਮੈਥਡ ਆਫ ਵਾਈਬ੍ਰੇਸ਼ਨ। ਮੈਥਡ ਆਫ ਵਾਈਬ੍ਰੇਸ਼ਨ ਥੋੜਾ ਜਿਹਾ ਧਿਆਨ ਨਾਲ ਸਮਝੋ। ਆਪਾਂ ਕੀ ਦੱਸਣ ਲੱਗੇ ਆ ਕਿ ਜੇ ਆ ਮੇਰਾ ਪੈਨ ਜਿਹੜਾ ਇਹ ਇੱਕ ਸਟ੍ਰਿੰਗ ਹੋਵੇ, ਕਿਸੇ ਗਿਟਾਰ ਦੀ ਸਟ੍ਰਿੰਗ ਆ, ਠੀਕ ਹੈ ਜੀ, ਆ ਦੋ ਐਂਡ ਤੋਂ ਬੰਨੀ ਹੋਈ ਆ, ਇਹਨੂੰ ਮੈਂ ਇੱਥੋਂ ਪਲੱਗ ਕਰਾਂ ਆਵਾਜ਼ ਹੋਰ ਤਰ੍ਹਾਂ ਦੀ ਆ, ਠੀਕ ਹੈ ਜੀ, ਇੱਥੋਂ ਪਲੱਗ ਕਰਾਂ ਹੋਰ ਤਰ੍ਹਾਂ ਦੀ ਸਾਊਂਡ ਆ, ਇੱਥੋਂ ਕਰਾਂ ਤੇ ਹੋਰ ਤਰ੍ਹਾਂ ਦੀ ਆ। ਇਹਦਾ ਮਤਲਬ ਉਹ ਜਿਹੜੀ ਸਾਊਂਡ ਵੇਵ ਪ੍ਰੋਡਿਊਸ ਹੋ ਰਹੀਆਂ ਉਹ ਕਿੰਨੀਆਂ ਵੇਵਸ ਪਰ ਸੈਕਿੰਡ ਪ੍ਰੋਡਿਊਸ ਹੋ ਰਹੀਆਂ, ਡਿਪੈਂਡ ਕਰਦਾ ਮੈਂ ਸਟ੍ਰਿੰਗ ਨੂੰ ਪਲੱਗ ਕਿਹੜੇ ਵੇ ਨਾਲ ਕੀਤਾ। ਅਸੀਂ ਇਹਨੂੰ ਮੋਡ ਆਫ ਵਾਈਬ੍ਰੇਸ਼ਨ ਕਹਿ ਦਈਏ ਜਾਂ ਮੈਥਡ ਆਫ ਵਾਈਬ੍ਰੇਸ਼ਨ ਆਫ ਸਟ੍ਰਿੰਗ ਕਹਿ ਦਈਏ। ਸਟ੍ਰਿੰਗ ਦੇ ਵਾਈਬ੍ਰੇਟ ਕਰਨ ਦੇ ਕਿੰਨੇ ਡਿਫਰੈਂਟ ਮੈਥਡਸ ਨੇ, ਉਹਦੇ ਲਈ ਅਸੀਂ ਫਿਰ ਐਸਐਚ ਕੀ ਕਰਦੇ, ਇੱਥੇ ਮੋਡ ਆਫ ਵਾਈਬ੍ਰੇਸ਼ਨ ਡਿਫਾਈਨ ਕਰਨ ਲਈ n ਦੀਆਂ ਡਿਫਰੈਂਟ ਵੈਲਿਊਜ਼ ਲਵਾਂਗੇ। ਸ਼ੁਰੂ ਇੱਥੋਂ ਕਰ ਰਹੇ ਹਾਂ ਗੱਲ ਨੂੰ, ਸ਼ੁਰੂ ਇੱਥੇ ਕਰ ਰਹੇ ਹਾਂ ਮੋਡ ਆਫ ਵਾਈਬ੍ਰੇਸ਼ਨ। ਮੋਡ ਆਫ ਵਾਈਬ੍ਰੇਸ਼ਨਸ ਡਿਫਾਈਨ ਕਰੋ, ਉਹਦੇ ਲਈ ਅਸੀਂ n ਦੀਆਂ ਡਿਫਰੈਂਟ ਵੈਲਿਊਜ਼ ਲੈਣੀਆਂ ਸਟਾਰਟਿੰਗ ਫਰਮ ਦਾ 1। ਕਹਿੰਦਾ ਜੀ ਫਰਸਟ ਮੋਡ ਨੂੰ ਜੇ ਡਿਫਾਈਨ ਕਰਾਂ, ਫਰਸਟ ਮੋਡ ਡਿਫਾਈਨ ਕਰੀਏ, ਉਹਦੇ ਲਈ n ਦੀ ਵੈਲਿਊ 1 ਪੁੱਟ ਕਰ ਦਿਓ। therefore lambda ਦਾ ਫਾਰਮੂਲਾ ਮੇਰੇ ਕੋਲ 2l ਆ ਜਾਏਗਾ। ਠੀਕ ਹੈ, lambda 2l, ਇਹ ਤੋਂ l ਕੱਢ ਲਓ। l ਦੀ ਵੈਲਿਊ ਮੇਰੇ ਕੋਲ ਜਿਹੜੀ ਆ ਉਹ lambda by 2 ਆ ਗਈ। l ਕੀ ਚੀਜ਼ ਆਪਣੀ, l ਕੀ ਚੀਜ਼ ਆਪਣੀ, ਦੋ ਵਾਰੀ ਪੁੱਛ ਲਿਆ ਮੈਂ। ਲੈਂਥ ਆਫ ਸਟ੍ਰਿੰਗ, ਜਿਹੜੀ ਤੁਸੀਂ ਰੱਸੀ ਦੋ ਸਿਰਿਆਂ ਦੇ ਵਿੱਚ ਬੰਨੀ ਆ, ਉਹਦੀ ਅਸੀਂ ਲੈਂਥ ਨੂੰ l ਡਿਫਾਈਨ ਕਰ ਰਹੇ ਹਾਂ। Yes, sir. ਇਹਦਾ ਮਤਲਬ ਸਟ੍ਰਿੰਗ ਦੀ ਟੋਟਲ ਲੈਂਥ ਜਿੰਨੀ ਹੈ ਨਾ, ਉਹਦੇ ਉੱਤੇ ਮੇਰੀ lambda by 2, lambda ਵੇਵ ਲੈਂਥ ਆਫ ਵੇਵ ਆ। ਇਹਦਾ ਮਤਲਬ ਆ ਕਿ ਵੀ ਹਾਫ ਵੇਵ ਲੈਂਥ ਦੇ ਬਰਾਬਰ ਵੇਵ ਬਣੀ ਉਸ ਸਟ੍ਰਿੰਗ ਦੇ ਉੱਤੇ। ਇਹਦਾ ਮਤਲਬ ਆ ਜਿਹੜੀ ਮੇਰੀ l ਮੀਟਰ ਲੌਂਗ ਸਟ੍ਰਿੰਗ ਹੋਏਗੀ, ਇਹਦੇ ਉੱਤੇ ਹਾਫ ਵੇਵ ਲੈਂਥ ਦੇ ਬਰਾਬਰ ਜਿਹੜੀ ਨਾ ਵੇਵ ਆਈ ਆ। ਔਰ ਇੱਕ ਵੇਵ ਕੰਪਲੀਟ ਕਰੀਏ, ਇੱਕ ਵੇਵ ਕੰਪਲੀਟ ਕਰੀਏ ਤਾਂ ਉਹ ਚ ਅਸੀਂ ਕਹਿੰਦੇ ਜੀ ਇੱਕ ਕ੍ਰੈਸਟ ਤੇ ਇੱਕ ਟਰਫ ਬਣਦਾ। ਹਾਫ ਵੇਵ ਦਾ ਮਤਲਬ ਆ ਕਿ ਇਕੱਲਾ ਕ੍ਰੈਸਟ ਬਣਿਆ
ਜਾਂ ਕੱਲਾ ਟਰਫ ਬਣਿਆ। ਇਹ ਮਤਲਬ ਜੇ ਇਨਸੀਡੈਂਟ ਵੇਵ ਦਾ ਇਹਦੇ ਉੱਤੇ ਕੱਲਾ ਕ੍ਰੈਸਟ ਆਇਆ ਹੋਊਗਾ, ਇਹਦੇ ਉੱਤੇ ਇਨਸੀਡੈਂਟ ਵੇਵ ਦਾ ਕੱਲਾ ਜੇ ਕ੍ਰੈਸਟ ਆਇਆ ਵਾ ਹਨਾ, ਪੂਰੀ ਦੀ ਪੂਰੀ ਲੈਂਥ ਦੇ ਵਿੱਚ ਕੱਲਾ ਅੱਧਾ ਕ੍ਰੈਸਟ ਹੀ ਬਣਿਆ ਇਨਸੀਡੈਂਟ ਦਾ, ਤੇ ਇਹਦੇ ਉੱਤੇ ਸੁਪਰ ਇੰਪੋਜ਼ ਹੋਣ ਲਈ, ਠੀਕ ਹੈ ਜੀ, ਰਿਫਲੈਕਟਿਡ ਵੇਵ ਦਾ ਕੱਲਾ ਮੇਰੇ ਕੋਲ ਟਰਫ ਬਣੂ। ਇਹ ਮਤਲਬ ਹਾਫ ਇਨਸੀਡੈਂਟ ਵੇਵ ਇਹਦੇ ਉੱਤੇ ਚੜੀ ਇਸ ਸਟ੍ਰਿੰਗ ਦੇ ਉੱਤੇ, ਤੇ ਹਾਫ ਹੀ ਇਹਦੇ ਉੱਤੇ ਓਵਰਲੈਪ ਕਰਨ ਵਾਸਤੇ ਮੇਰੇ ਕੋਲ ਜਿਹੜੀ ਆ ਉਹ ਰਿਫਲੈਕਟਿਡ ਵੇਵ ਆ ਗਈ। ਇਹਦਾ ਮਤਲਬ ਇਹ ਹੋ ਗਿਆ ਸਟ੍ਰਿੰਗ ਦੇ ਦੋਨਾਂ ਐਂਡ ਦੇ ਉੱਤੇ ਇੱਕ ਇੱਕ ਨੋਡ ਆ ਗਿਆ, ਔਰ ਸੈਂਟਰ ਦੇ ਵਿੱਚ ਕਹਿੰਦਾ ਜੀ ਐਸ ਸੱਚ ਮੇਰੇ ਕੋਲ ਇੱਕ ਐਂਟੀ ਨੋਡ ਆ ਗਿਆ। ਕਿਆ ਆ ਗੱਲ ਸਮਝ ਆਈ? Yes, sir. Yes, sir. तो मैं स्ट्रिंग ਨੂੰ ਇਸ ਮੈਥਡ ਨਾਲ ਪਲੱਕ ਕਰਾਂ ਕਿ ਉਸ ਪਲਕਿੰਗ ਦੇ ਅੰਦਰ ਪੂਰੀ ਦੀ ਪੂਰੀ ਸਟ੍ਰਿੰਗ ਦੇ ਉੱਤੇ, ਪੂਰੀ ਦੀ ਪੂਰੀ ਰੱਸੀ ਦੇ ਉੱਤੇ ਮੇਰੇ ਕੋਲ ਹਾਫ ਇਨਸੀਡੈਂਟ ਵੇਵ ਤੇ ਹਾਫ ਮੇਰੇ ਕੋਲ ਜਿਹੜੀ ਰਿਫਲੈਕਟਿਡ ਵੇਵ ਹੀ ਆਵੇ, ਤੇ ਉਸ ਮੂਮੈਂਟ ਤੇ ਅਸੀਂ ਉਹਨੂੰ ਫਰਸਟ ਮੈਥਡ ਆਫ ਜਾਂ ਫਰਸਟ ਮੋਡ ਆਫ ਵਾਈਬ੍ਰੇਸ਼ਨ ਕਹਿੰਦੇ। ਔਰ ਜਦੋਂ ਇਸ ਵਾਈਬ੍ਰੇਸ਼ਨ ਦੀ ਫ੍ਰੀਕੁਐਂਸੀ ਮੈਂ ਕੱਢਣੀ ਹੋਵੇ ਹਨਾ, ਤੇ ਫ੍ਰੀਕੁਐਂਸੀ ਵਾਸਤੇ ਆ ਇੱਕੋ ਦੇ ਵਿੱਚ ਧਿਆਨ ਨਾਲ ਕਰ ਲਿਓ, ਕਿਉਂਕਿ ਅੱਗੇ ਆਪਾਂ ਸਿਮਿਲਰ ਕਹਿ ਕੇ ਸੈਕਿੰਡ ਮੋਡ ਥਰਡ ਮੋਡ ਲਿਖਦੇ ਜਾਣੇ ਆ ਬੇਟਾ, ਉਹਨਾਂ ਆ ਗ੍ਰਾਫਿਕਲ ਪੈਟਰਨ ਵੱਖਰੇ ਵੱਖਰੇ ਆਪਾਂ ਬਣਾ ਕੇ ਦਿਖਾਈ ਜਾਣੇ। ਹੁਣ ਜੇ ਆਪਾਂ ਵੇਵ ਵੈਲੋਸਿਟੀ ਲਈਏ ਤੇ ਵੇਵ ਵੈਲੋਸਿਟੀ ਦਾ ਫਾਰਮੂਲਾ ਫ੍ਰੀਕੁਐਂਸੀ ਇਨਟੂ ਵੇਵ ਲੈਂਥ ਹੁੰਦਾ। ਵੈਲੋਸਿਟੀ ਨੂੰ ਅਸੀਂ ਫ੍ਰੀਕੁਐਂਸੀ ਇਨਟੂ ਵੇਵ ਲੈਂਥ ਲਿਖਦੇ ਆ, ਤੇ ਜੇ ਮੈਂ ਇਸ ਮੂਵਮੈਂਟ ਤੇ ਸਟ੍ਰਿੰਗ ਦੇ ਉੱਤੇ ਦੇਖਾਂ ਤੇ ਸਟ੍ਰਿੰਗ ਦੇ ਉੱਤੇ ਟ੍ਰਾਂਸਵਰਸ ਵੇਵ ਆਈਆਂ। ਸਟ੍ਰਿੰਗ ਦੇ ਉੱਤੇ ਜਿਹੜੀਆਂ ਵੇਵ ਆਉਂਦੀਆਂ, ਪਿੱਛੇ ਆਪਾਂ ਦੋ ਟੌਪਿਕ ਕੀਤੇ ਸੀ, ਵੈਲੋਸਿਟੀ ਆਫ ਟ੍ਰਾਂਸਵਰਸ ਵੇਵ ਔਨ ਸਟ੍ਰਿੰਗ ਤੇ ਦੂਜਾ ਵੈਲੋਸਿਟੀ ਆਫ ਲੌਂਗੀਟਿਊਡਨਲ ਵੇਵ। ਜੇ ਮੈਂ ਇੱਥੇ v ਲਵਾਂ ਤੇ v ਵੈਲੋਸਿਟੀ ਆਫ ਟ੍ਰਾਂਸਵਰਸ ਵੇਵ ਔਨ ਸਟ੍ਰਿੰਗ ਵਾ, ਇਹਦੀ ਵੈਲਿਊ ਪੁੱਟ ਕਰ ਲਈਏ ਤੇ ਨਿਊ ਦੀ ਨੂੰ ਆਪਾਂ ਨਿਊ 1 ਲਿਖ ਲੈਨੇ, ਕਿਉਂਕਿ ਫਰਸਟ ਮੋਡ ਆਫ ਵਾਈਬ੍ਰੇਸ਼ਨ ਨੂੰ ਆਪਾਂ 1 ਨਾਲ ਡਿਫਾਈਨ ਕਰਦੇ। ਇੱਥੇ ਮੇਰੇ ਕੋਲ ਆ ਗਿਆ ਨਿਊ 1 ਇਨਟੂ ਇੱਥੇ v ਦੀ ਥਾਂ ਤੇ ਆਪਾਂ ਜੇਕਰ ਐਸ ਐਚ ਨਿਊ 1 ਕੱਢਣਾ ਤੇ ਨਿਊ 1 ਦਾ ਫਾਰਮੂਲਾ v1 by lambda 1 ਆ ਜਾਓ। v1 ਦਾ ਫਾਰਮੂਲਾ lambda 1, ਇੱਥੇ lambda 1 ਨਾਲ ਡਿਫਾਈਨ ਕਰਦੇ ਚਲੋ, v by lambda 1 ਆ ਜਾਓ। v velocity of transverse wave ਆ, ਇਹਦਾ ਫਾਰਮੂਲਾ ਆਪਾਂ ਡਾਈਮੈਂਸ਼ਨਲ ਮੈਥਡ ਨਾਲ ਡਰਾਈਵ ਕੀਤਾ ਸੀ। ਫਾਰਮੂਲਾ ਇਹਦਾ ਆਇਆ ਸੀ k into root of t by m, ਔਰ ਓਵਰ ਹੈਗਾ lambda 1, lambda 1 ਦੀ ਵੈਲਿਊ ਮੇਰੀ 2l ਆਈ ਆ। ਇਹਦਾ ਮਤਲਬ ਫਰਸਟ ਮੋਡ ਆਫ ਵਾਈਬ੍ਰੇਸ਼ਨ ਦੇ ਅੰਦਰ ਜਦੋਂ ਫਰਸਟ ਮੈਥਡ ਆਫ ਪਲਕਿੰਗ ਦਾ ਵਾਇਰ ਆਏਗਾ, ਉਹਦੇ ਅੰਦਰ ਜਿਹੜੀਆਂ ਵੇਵਸ ਬਣਦੀਆਂ ਉਹਦੀ ਫ੍ਰੀਕੁਐਂਸੀ ਦਾ ਫਾਰਮੂਲਾ ਮੇਰੇ ਕੋਲ 1/2l into root of t by m ਆਜੂ। t ਮੇਰੇ ਕੋਲ ਸਟ੍ਰਿੰਗ ਦੇ ਵਿੱਚ ਜਿਹੜੀ ਟੈਂਸ਼ਨ ਪ੍ਰੋਡਿਊਸ ਹੋਈ ਆ ਉਹਨੂੰ ਕਹਿੰਦੇ ਪਏ, m ਮੇਰੇ ਕੋਲ ਮਾਸ ਪਰ ਯੂਨਿਟ ਲੈਂਥ ਆਫ ਸਟ੍ਰਿੰਗ ਹੋਏਗਾ, l ਮੇਰੇ ਕੋਲ ਸਟ੍ਰਿੰਗ ਦੀ ਟੋਟਲ ਲੈਂਥ ਆ, ਤੇ k ਮੇਰਾ ਕਾਂਸਟੈਂਟ ਆ। ਕਿਆ ਲੈਮਡਾ ਦਾ ਫਾਰਮੂਲਾ ਤੇ ਇਥੋਂ ਫ੍ਰੀਕੁਐਂਸੀ ਦਾ ਫਾਰਮੂਲਾ, ਕਿਆ ਇਹ ਚੀਜ਼ਾਂ ਕਲੀਅਰ ਨੇ? Yes, sir. Yes, sir. Yes, sir. ਮੈਂ ਕੋਸ਼ਿਸ਼ ਇਹ ਕੀਤੀ ਹੈ ਬੇਟਾ ਕਿ ਵੀ ਫਰਸਟ ਮੋਡ ਨੂੰ ਬੜਾ ਸਲੋ ਮੈਥਡ ਨਾਲ ਐਕਸਪਲੇਨ ਕਰਾਂ। ਕਿਆ ਸਮਝ ਆਇਆ ਸਾਰਿਆਂ ਨੂੰ? Yes, sir. Yes, sir. m ਮਾਸ ਪਰ ਯੂਨਿਟ ਲੈਂਥ ਆ ਪੁੱਤ, ਸਟ੍ਰਿੰਗ ਦੀ ਟੋਟਲ ਮਾਸ ਕਿੰਨਾ ਆਇਆ ਤੇ ਸਟ੍ਰਿੰਗ ਦੀ ਟੋਟਲ ਲੈਂਥ ਕਿੰਨੀ, ਇਹਦੀ ਰੇਸ਼ੀਓ ਨੂੰ ਮਾਸ ਪਰ ਯੂਨਿਟ ਲੈਂਥ ਕਹਿੰਦੇ ਆ। ਸਿੰਬਲ ਉਹਦਾ m ਪਾਣੇ, ਪਰ m ਕੱਲਾ ਮਾਸ ਨਹੀਂ ਹੈਗਾ, ਇਹ ਮਾਸ ਬਾਈ ਲੈਂਥ ਕਹਿੰਦੇ ਆ ਆਪਾਂ। ਕਲੀਅਰ ਹੈ ਜੀ ਮਨਿੰਦਰ? Yes, sir. ਚਲੋ ਇਹ ਆ ਗਿਆ ਆਪਣਾ ਕੋਲ ਫਰਸਟ ਮੋਡ ਆਫ ਵਾਈਬ੍ਰੇਸ਼ਨ। ਇਦਾਂ ਹੀ ਆਪਾਂ ਹੁਣ ਨੈਕਸਟ ਜਿਹੜਾ ਕਰਦੇ ਉਹ ਆਪਣੇ ਕੋਲ ਆ ਜਾਏਗਾ ਜੀ ਸੈਕਿੰਡ ਮੋਡ ਆਫ ਵਾਈਬ੍ਰੇਸ਼ਨ। ਸੈਕਿੰਡ ਮੋਡ ਆਫ ਵਾਈਬ੍ਰੇਸ਼ਨ ਦੇ ਅੰਦਰ n ਦੀ ਵੈਲਿਊ ਨੂੰ 2 ਪੁੱਟ ਕਰ ਦਿਓ। ਹੁਣ ਜੇ ਇਸ ਫਾਰਮੂਲੇ ਦੇ ਅੰਦਰ, ਔਰ ਇਹੀ ਬੇਸਿਕ ਫਾਰਮੂਲੇ ਸਾਰੀਆਂ ਵੈਲਿਊ ਭਰਨੀਆਂ ਆਪਾਂ, n ਦੀ ਵੈਲਿਊ 2 ਪੁੱਟ ਅਪ ਕਰ ਲਾਂ ਤਾਂ देयरफॉर lambda 2 ਦੀ ਵੈਲਿਊ ਮੇਰੇ ਕੋਲ 2l/2 यानी L equal to lambda 2 आ जाऊ। क्या इना क्लियर है? Yes, sir. ਇਹਦਾ ਮਤਲਬ ਸਟ੍ਰਿੰਗ ਦੀ ਜਿੰਨੀ ਟੋਟਲ ਲੈਂਥ ਆ, ਸਟ੍ਰਿੰਗ ਦੀ ਅੱਗੇ ਜਿੰਨੀ ਟੋਟਲ ਲੈਂਥ ਦੇ ਵਿੱਚ ਹਾਫ ਵੇਵ ਲੈਂਥ ਦੇ ਬਰਾਬਰ ਵੇਵ ਆਈ ਸੀ, ਹੁਣ ਸਟ੍ਰਿੰਗ ਦੀ ਟੋਟਲ ਲੈਂਥ ਦੇ ਵਿੱਚ ਕੰਪਲੀਟ ਵੇਵ ਲੈਂਥ ਦੇ ਬਰਾਬਰ ਵੇਵ ਆਊ। Yes, sir. ਔਰ ਕੰਪਲੀਟ ਵੇਵ ਲੈਂਥ ਦਾ ਮਤਲਬ ਆ, ਕੰਪਲੀਟ ਵੇਵ ਦਾ ਮਤਲਬ ਆ ਕਿ ਪੂਰੀ ਇੱਕ ਵੇਵ ਇਨਸੀਡੈਂਟ ਦਿਖਾਉਂਗੇ ਤੇ ਓਵਰਲੈਪ ਕਰਨ ਲਈ ਪੂਰੀ ਇੱਕ ਰਿਫਲੈਕਟਡ ਵੇਵ ਦਿਖਾਉਂਗੇ। ਇਹਦਾ ਮਤਲਬ ਆਹ ਸਟ੍ਰਿੰਗ ਦੇ ਉੱਤੇ, ਠੀਕ ਹੈ ਜੀ, ਮੇਰੇ ਕੋਲ ਇੱਕ ਕੰਪਲੀਟ ਇਨਸੀਡੈਂਟ ਵੇਵ ਆਏਗੀ ਤੇ ਇਹਦੇ ਤੇ ਓਵਰਲੈਪ ਕਰਨ ਵਾਸਤੇ ਮੇਰੇ ਕੋਲ ਇੱਕ ਕੰਪਲੀਟ ਜਿਹੜੀ ਆ ਉਹ ਰਿਫਲੈਕਟਡ ਵੇਵ ਆਏਗੀ। ਇਹਦੇ ਵਿੱਚ ਮੇਰੇ ਕੋਲ ਐਸਐਚ ਲੈ ਕੇ ਚੱਲਾਂ
ਤੇ 3 ਮੇਰੇ ਕੋਲ ਨੋਡ ਬਣ ਗਏ, 3 ਮੇਰੇ ਕੋਲ ਨੋਡ ਬਣ ਗਏ ਤੇ 2 ਮੇਰੇ ਕੋਲ ਐਂਟੀ ਨੋਡ ਬਣੇ। ਹੁਣ ਜੇ ਫਸਟ ਮੋਡ ਸੀਗਾ, ਫਸਟ ਮੋਡ ਦੇ ਅੰਦਰ ਮੇਰੇ ਕੋਲ ਇੱਕ ਐਂਟੀ ਨੋਡ ਸੀ ਤੇ ਨੋਡ ਇੱਕ ਜ਼ਿਆਦਾ ਬਣਿਆ ਸੀ। ਮਤਲਬ ਜੇ ਫਸਟ ਮੋਡ ਆ ਨੋਡ 2 ਬਣੇ, ਜੇ ਸੈਕਿੰਡ ਮੋਡ ਆ ਤੇ ਨੋਡ ਮੇਰੇ ਕੋਲ 3 ਬਣੇ ਤੇ ਐਂਟੀ ਨੋਡ ਮੇਰੇ ਕੋਲ 2 ਬਣੇ। ਇਹਦਾ ਮਤਲਬ ਐਂਟੀ ਨੋਡ ਉਨੇ ਹੀ ਬਣਦੇ ਪਏ ਜਿੰਨਾ ਮੋਡ ਆਫ ਵਾਈਬ੍ਰੇਸ਼ਨ ਆ, ਜਦ ਕਿ ਨੋਡ ਇੱਕ ਉਸ ਤੋਂ ਜ਼ਿਆਦਾ ਬਣਦਾ ਪਿਆ। ਕਿ ਇੰਨੀ ਗੱਲ ਕਲੀਅਰ? Yes, sir. Yes, sir. ਚਲ ਇਹਦੇ ਵਿੱਚ ਜੇ ਫ੍ਰੀਕੁਐਂਸੀ ਕੈਲਕੂਲੇਟ ਕਰੀਏ, ਫ੍ਰੀਕੁਐਂਸੀ ਦਾ ਫਾਰਮੂਲਾ ਥੱਲੇ ਇਹੀ ਵਾਲਾ v equal to nu into lambda. We know that v equal to nu2 into lambda 2 ਤੇ nu2 ਦੀ ਵੈਲਿਊ v by lambda 2, v ਦੀ ਥਾਂ ਤੇ ਸੇਮ ਵੈਲਿਊ ਔਰ lambda 2 ਦੀ ਥਾਂ ਤੇ l ਭਰ ਦਿਓ, ਯਾਨੀ k by l into root of t by m। ਗੱਲ ਸਮਝਿਓ ਹੁਣ ਧਿਆਨ ਨਾਲ, ਜਿਹੜੀ ਵੈਲਿਊ nu2 ਦੀ ਆਈ ਆ, ਜੇ ਇਹਨੂੰ ਮੈਂ nu1 ਨਾਲ ਕੰਪੇਅਰ ਕਰਾਂ ਤੇ k by l into root t by m ਦੀ ਥਾਂ ਤੇ, ਠੀਕ ਹੈ ਨਾ, ਇੱਥੇ ਜੇ ਮੈਂ ਐਸਐਚ nu2 ਲਿਖ ਦਵਾਂ ਜਾਂ ਇਹ ਕਵਾਂ ਕਿ k by l into root t by m ਦੀ ਵੈਲਿਊ 2 ਟਾਈਮ nu1 ਆ ਜਾਵੇ, ਇਹਦਾ ਮਤਲਬ ਆ ਸਾਰੀ ਚੀਜ਼ ਦੀ ਵੈਲਿਊ ਜਿਹੜੀ ਆਈ ਆ ਇਹ 2 ਟਾਈਮ nu1 ਆ ਗਿਆ। ਇਹਦਾ ਮਤਲਬ ਸੈਕਿੰਡ ਮੋਡ ਦੇ ਅੰਦਰ ਜਿਹੜੀ ਫ੍ਰੀਕੁਐਂਸੀ ਆਫ ਵਾਈਬ੍ਰੇਸ਼ਨ ਆ ਉਹ ਫਸਟ ਮੋਡ ਨਾਲੋਂ ਡਬਲ ਹੋ ਗਈ। Yes, sir. ਯਾਨੀ ਜੇ ਇਸ ਮੈਥਡ ਨਾਲ, ਜੇ ਆ ਸੈਕਿੰਡ ਮੈਥਡ ਦੇ ਹਿਸਾਬ ਨਾਲ ਸਟ੍ਰਿੰਗ ਵਾਈਬ੍ਰੇਟ ਕਰੇਗੀ ਤੇ ਇਸ ਵੇਲੇ ਇਹਦੇ ਵਾਈਬ੍ਰੇਟ ਕਰਨ ਦੀ ਫ੍ਰੀਕੁਐਂਸੀ ਆਪਣੀ ਫੰਡਾਮੈਂਟਲ ਫ੍ਰੀਕੁਐਂਸੀ, ਫੰਡਾਮੈਂਟਲ nu1 ਨੂੰ ਕਹਿੰਦੇ ਹੋ, ਇਸ ਫੰਡਾਮੈਂਟਲ ਫ੍ਰੀਕੁਐਂਸੀ ਨਾਲੋਂ ਜਿਹੜੀ ਫ੍ਰੀਕੁਐਂਸੀ ਵਾਈਬ੍ਰੇਟ ਕਰਨ ਦੀ ਆਈ ਆ ਉਹ ਡਬਲ ਹੋ ਜੂ। Yes, sir. ਯਾਰ ਇਹਨਾਂ ਸੁਸਤ ਨਾ ਹੋਵੋ, ਕਿਆ ਇੰਨੀ ਗੱਲ ਸਮਝ ਲੱਗਦੀ ਵੀ ਸਾਰਿਆਂ ਨੂੰ? Yes, Yes, sir. Yes, sir. ਤੇ ਥੋੜਾ ਚੁਸਤ ਹੋ ਕੇ ਪੜੋ। ਇਹਦਾ ਮਤਲਬ ਇਹਨੂੰ ਜੇ ਨਾਮ ਦੇ ਕੇ ਚੱਲੀਏ ਆਪਾਂ, ਇਸੇ ਤਰ੍ਹਾਂ ਇਹਨੂੰ ਨਾਮ ਦਈਏ ਤੇ ਜਿਹੜਾ nu1 ਆ ਇਹਨੂੰ ਅਸੀਂ ਇੱਕ ਹੋਰ ਨਾਮ ਦੇ ਦਿੰਨੇ, ਇਹਨੂੰ ਅਸੀਂ ਫਸਟ ਹਾਰਮੋਨਿਕ ਕਹਿ ਦਿੰਨੇ ਆ। ਇਹਨੂੰ ਨਾਮ ਦੇਣਾ ਹੋ ਤੇ ਅਸੀਂ ਇਹਨੂੰ ਸੈਕਿੰਡ ਹਾਰਮੋਨਿਕ ਕਹਿ ਦਿੰਨੇ ਆ। ਮਤਲਬ ਇਹ ਮਿਊਜ਼ੀਕਲ ਟਰਮਸ ਨੇ ਜਿਹੜੀਆਂ ਅਸੀਂ ਐਸ ਸੱਚ ਸਾਊਂਡ ਬੀਟ ਪ੍ਰੋਡਿਊਸ ਜਦੋਂ ਕਰਦੇ ਹਾਂ ਉਹ ਚ ਯੂਜ਼ ਕਰਦੇ ਹਾਂ। ਇਹ ਮੇਰੀ ਫਸਟ ਫੰਡਾਮੈਂਟਲ, ਇਹਨੂੰ ਅਸੀਂ ਫੰਡਾਮੈਂਟਲ ਫ੍ਰੀਕੁਐਂਸੀ ਕਹਿ ਦਈਏ ਜਾਂ ਫਸਟ ਹਾਰਮੋਨਿਕ ਕਹਿ ਦਈਏ, ਠੀਕ ਹੈ। ਇਹਨੂੰ ਅਸੀਂ ਸੈਕਿੰਡ ਕਹਿੰਦਾ ਜੀ ਫ੍ਰੀਕੁਐਂਸੀ ਕਹਿ ਦੋ ਕਿ ਵੀ ਸੈਕਿੰਡ ਮਲਟੀਪਲ ਆਫ ਫੰਡਾਮੈਂਟਲ ਕਹਿਦਾ, ਜਾਂ ਇਹਦੀ ਥਾਂ ਤੇ ਇਹਨੂੰ ਮੈਂ ਸੈਕਿੰਡ ਹਾਰਮੋਨਿਕ ਕਹਿਦਾ। ਇੱਕ ਵਰਡ ਹੋਰ ਬੋਲਣ ਲੱਗਿਆ, ਇਹਨੂੰ ਮੈਂ ਫਸਟ ਓਵਰਟੋਨ ਕਹਿ ਦਵਾਂ। ਇਹ ਓਵਰਟੋਨ, ਇਹ ਨੋਟਸ, ਇਦਾਂ ਦੇ ਵਰਡ ਜਿਹੜੇ ਨੇ ਇਹ ਮਿਊਜ਼ੀਕਲ ਟਰਮ ਚ ਯੂਜ਼ ਹੁੰਦੇ ਆ। ਇਹਨੂੰ ਅਸੀਂ ਕਹੀਏ ਤੇ ਇਹਨੂੰ ਅਸੀਂ ਕਹਿ ਰਹੇ ਕਿ ਵੀ ਇਹ ਮੇਰੇ ਕੋਲ ਐਸ ਸੱਚ ਫੰਡਾਮੈਂਟਲ ਫ੍ਰੀਕੁਐਂਸੀ, ਜਾਂ ਦਾ ਦੂਜਾ ਨਾ ਫਸਟ ਹਾਰਮੋਨਿਕ, ਜਾਂ ਇਹਨੂੰ ਜ਼ੀਰੋ ਓਵਰਟੋਨ ਕਵਾਂਗਾ। ਇਹਨੂੰ ਨਾਮ ਦੇਣਾ ਹੋਵੇ ਤੈਨੂੰ ਮੈਂ ਕਹੂੰਗਾ ਜੀ ਮੇਰੇ ਕੋਲ ਸੈਕਿੰਡ ਹਾਰਮੋਨਿਕ ਆ ਗਿਆ, ਜਾਂ ਇਹਨੂੰ ਮੈਂ ਕਹਿਣਾ ਹੋ ਤੈਨੂੰ ਮੈਂ ਫਸਟ ਓਵਰਟੋਨ ਕਵਾਂਗਾ। ਕਿਆ ਵਰਡ ਕਲੀਅਰ ਹੈ ਜੋ ਬੋਲੇ ਮੈਂ? Yes, sir. Yes, sir. Yes, sir. ਇਸੇ ਵੇ ਨਾ ਜੇ ਆਪਾਂ ਇਸ ਤੋਂ ਬਾਅਦ ਥਰਡ ਮੋਡ ਕੱਢਣਾ, ਫੋਰਥ ਮੋਡ ਕੱਢਣਾ, nth ਮੋਡ ਕੱਢਣਾ, ਠੀਕ ਹੈ ਨਾ। ਸਿਮਿਲਰਲੀ ਜੇ ਮੈਂ ਨਿਊ n ਦੀ ਵੈਲਿਊ ਕੱਢਣੀ ਆ ਤੇ ਉਹ n ਟਾਈਮ nu1 ਆ ਜਾਏਗੀ। ਇਹਦਾ ਮਤਲਬ ਜਦੋਂ nth ਮੋਡ ਆਫ ਵਾਈਬ੍ਰੇਸ਼ਨ ਆਏਗਾ ਉਹਦੇ ਵਾਈਬ੍ਰੇਟ ਕਰਨ ਦੀ ਫ੍ਰੀਕੁਐਂਸੀ ਫੰਡਾਮੈਂਟਲ ਦੇ n ਟਾਈਮ ਆਏਗੀ, ਇੰਟੈਗਰਲ ਮਲਟੀਪਲ ਚ ਆਏਗੀ। ਮਤਲਬ ਸੱਤਵਾਂ ਮੋਡ ਆਫ ਵਾਈਬ੍ਰੇਸ਼ਨ ਆ ਤੇ ਨਿਊ 7 ਦੀ ਵੈਲਿਊ 7 ਟਾਈਮ nu1 ਆ। ਮਤਲਬ ਜਿੰਨੇ ਵੀ ਆਪਣੇ ਕੋਲ ਐਸ ਸੱਚ ਮੋਡ ਆਫ ਵਾਈਬ੍ਰੇਸ਼ਨ ਨੇ ਉਹਦੇ ਫੰਡਾਮੈਂਟਲ ਦੇ ਇੰਟੈਗਰਲ ਮਲਟੀਪਲ ਚ ਉਸ ਮੋਡ ਦੀ ਵਾਈਬ੍ਰੇਟ ਕਰਨ ਦੀ ਫ੍ਰੀਕੁਐਂਸੀ ਆਏਗੀ। ਕਿਆ ਇਹ ਸਾਰੀਆਂ ਚੀਜ਼ਾਂ ਕਲੀਅਰ ਹੈ ਜੀ? Yes, sir. Yes, sir. Yes, sir. ਇੱਕ ਵਾਰੀ ਪੂਰੇ ਟੌਪਿਕ ਤੇ ਕਰ ਰਿਹਾ ਫੋਕਸ। ਜੇ ਕਿਸੇ ਸਿੰਗਲ ਵਰਡ ਵੀ ਦਾ ਡਾਊਟ ਹੈਗਾ ਤੇ ਇੱਕ ਵਾਰੀ ਪਹਿਲਾਂ ਬੋਲੋ, ਫਿਰ ਨਹੀਂ ਤੇ ਮੈਂ ਅਗਲੇ ਟੌਪਿਕ ਦੀ ਗੱਲ ਜੋੜਨੀ ਆ। ਜਲਦੀ ਰਿਕਾਲ ਕਰਾ ਰਿਹਾ। ਪਹਿਲਾਂ ਆਪਾਂ ਐਸਾ ਚ ਫਰਸਟ ਵੇਵ ਦੀ ਇਕੁਏਸ਼ਨ ਦੇ ਦਾਂਗੇ, ਫਿਰ ਸੈਕਿੰਡ ਵੇਵ ਦੀ ਇਕੁਏਸ਼ਨ ਲਿਖਾਂਗੇ, ਫਿਰ ਦੋਨਾਂ ਨੂੰ ਐਡ ਕਰਾਂਗੇ, ਠੀਕ ਹੈ ਜੀ। ਐਡ ਕਰਕੇ ਉੱਤੇ ਹਮੇਸ਼ਾ ਹੀ ਸਾਈਨ ਸੀ ਸਾਈਨ ਡੀ ਦਾ ਫਾਰਮੂਲਾ ਲੱਗ ਜਾਣਾ, ਪਲੱਸ ਨਾ ਲੱਗੇ ਮਾਈਨਸ ਨਾ ਲੱਗੇ। ਫਾਰਮੂਲਾ ਲਾ ਕੇ ਤੁਹਾਡੀ ਰਿਜ਼ਲਟੈਂਟ ਇੱਕ y ਦੀ ਇਕੁਏਸ਼ਨ ਆ ਜਾਏਗੀ ਹਰ ਵਾਰੀ। ਜਿਹੜੀ y ਦੀ ਇਕੁਏਸ਼ਨ ਆਏਗੀ ਉਹਦੇ ਇੱਕ ਪੋਰਸ਼ਨ ਨੂੰ ਅਸੀਂ ਰਿਜ਼ਲਟੈਂਟ ਵੇਵ ਦਾ ਐਂਪਲੀਟਿਊਡ ਡਿਫਾਈਨ ਕਰ ਦਾਂਗੇ। ਉਸ ਐਂਪਲੀਟਿਊਡ ਦੀ ਵੈਲਿਊ ਮੈਕਸਿਮਮ ਆਣੀ ਆ, ਮਿਨੀਮਮ ਆਣੀ ਆ, ਉਹ ਕਿੱਦਾਂ ਚੇਂਜ ਹੋਏਗੀ, ਉਹ ਇਸ x ਦੀ ਵੈਲਿਊ ਦੇ ਅਕੋਰਡਿੰਗਲੀ ਚੇਂਜ ਕਰ ਦਿੰਨੇ ਅਸੀਂ,
ठीक है, वो डिपेंड इस चीज ते करदा कि भी तुहाडी जिहड़ी गिवन मटीरियल आ वो रिजिड एंड नाल जुड़ी आ कि ओपन एंड नाल जुड़ी आ। इस ਵੇਲੇ ਅਸੀਂ रिजिड एंड कह के ਚੱਲਦੇ ਪਏ, ਉਹਦੇ ਅਕੋਰਡਿੰਗਲੀ ਅਸੀਂ x ਦੀਆਂ ਦੋ ਵੈਲਿਊਜ਼ ਇੱਕ ਵਾਰੀ 0 ਤੇ ਇੱਕ ਵਾਰੀ l ਭਰ ਕੇ, ਠੀਕ ਹੈ ਜੀ, ਆ ਲੈਮਡਾ ਦਾ ਫਾਰਮੂਲਾ ਬਣਾਉਂਦੇ ਆ। ਇਹਦੇ 'ਚ ਇੰਨਾ ਬਸ ਧਿਆਨ ਰੱਖ ਲੈਣਾ ਕਿ ਜਦੋਂ ਸਾਈਨ ਦੀ ਵੈਲਿਊ ਅਸੀਂ ਇੱਥੇ 0 ਜਾਂ ਮੈਕਸਿਮਮ, ਇਸ ਆਰਟੀਕਲ 'ਚ 0, ਅਗਲੇ ਆਰਟੀਕਲ 'ਚ ਮੈਕਸਿਮਮ, ਜਦੋਂ ਸਾਈਨ ਦੀ ਵੈਲਿਊ 0 ਜਾਂ ਮੈਕਸਿਮਮ ਆਣੀ ਆ, ਇਹਦੇ ਲਈ ਅਸੀਂ ਸਾਈਨ ਦੇ ਉਹ ਸਾਰੇ ਐਂਗਲ ਲਿਖਦੇ ਨੇ ਜਿਹਦੇ ਜਿਹਦੇ ਵਾਸਤੇ ਉਹ ਵੈਲਿਊ 0 ਜਾਂ ਮੈਕਸਿਮਮ ਆਏਗੀ, ਉਹਦੇ ਨਾਲ ਤੁਹਾਡਾ ਹਰ ਵਾਰੀ ਲੈਮਡਾ ਦਾ ਫਾਰਮੂਲਾ ਬਣ ਜਾਏਗਾ। ਔਰ ਜਦੋਂ ਲੈਮਡਾ ਦਾ ਫਾਰਮੂਲਾ ਡਰਾਈਵ ਹੋ ਗਿਆ, ਇਹਦੇ ਤੋਂ ਬਾਅਦ ਅਸੀਂ ਫਿਰ ਮੋਡ ਆਫ ਵਾਈਬ੍ਰੇਸ਼ਨ ਵਾਸਤੇ ਸਿਰਫ ਕੀ ਕਰਨਾ, n ਦੀਆਂ ਡਿਫਰੈਂਟ ਵੈਲਿਊ ਭਰੀ ਚੱਲੋ, ਠੀਕ ਹੈ ਜੀ। ਉਹਨਾਂ ਪੂਰੀ ਸਟ੍ਰਿੰਗ ਦੀ ਲੈਂਥ ਤੇ, ਠੀਕ ਹੈ ਜੀ, ਤੁਹਾਡੇ ਕੋਲ ਕਿੰਨੇ ਨੋਡ ਕਿੰਨੇ ਐਂਟੀ ਨੋਡ ਬਣੇ ਉਹ ਤੁਸੀਂ ਕਾਊਂਟ ਕਰ ਲੈਂਦੇ ਹੋ, ਠੀਕ ਹੈ। ਤੇ ਦੂਜਾ ਅਸੀਂ ਉਹਦੇ ਤੋਂ ਫ੍ਰੀਕੁਐਂਸੀ ਦਾ ਫਾਰਮੂਲਾ ਦੇ ਦੇਣਾ, ਜਿਹੜਾ ਵੈਲੋਸਿਟੀ ਦਾ ਫਾਰਮੂਲਾ ਫ੍ਰੀਕੁਐਂਸੀ ਇਨਟੂ ਵੇਵਲੈਂਥ ਹੋਊਗਾ, ਉਹ 'ਚ ਲੈਮਡਾ ਦੀ ਵੈਲਿਊ ਯੂਜ਼ ਕਰਕੇ ਤੁਸੀਂ ਫ੍ਰੀਕੁਐਂਸੀ ਦੀ ਵੈਲਿਊ ਕੱਢ ਦੇਣੀ ਆ, ਠੀਕ ਹੈ। ਪਹਿਲੇ ਮੋਡ 'ਚ ਵੈਲਿਊ ਜਿੰਨੀ ਆ ਗਈ ਇਹ ਫੰਡਾਮੈਂਟਲ ਫ੍ਰੀਕੁਐਂਸੀ ਆ। ਸੈਕਿੰਡ ਮੋਡ ਦੀ ਫ੍ਰੀਕੁਐਂਸੀ ਫੰਡਾਮੈਂਟਲ ਤੋਂ ਡਬਲ ਆ ਕਿ 3 ਟਾਈਮ ਆ ਕਿ 4 ਟਾਈਮ ਆ, ਕਿੰਨੇ ਟਾਈਮ ਆ, ਉਹ ਆਰਟੀਕਲ ਟੂ ਆਰਟੀਕਲ ਚੇਂਜ ਹੋਣੀ ਆ। ਕਿਆ ਇੰਨਾ ਕਲੀਅਰ ਸਾਰਾ? Yes, sir. Yes, sir. Yes, sir. ਚਲੋ ਟੌਪਿਕ ਨੈਕਸਟ ਹੈਗਾ ਜਿਹੜਾ ਆਪਣੇ ਕੋਲ, ठीक है। टॉपिक है स्टैंडिंग वेव और स्टेशनरी वेव्स इन ए क्लोज्ड ऑर्गन पाइप, और इस तो अगला ते लास्ट सिलेबस दा टॉपिक ओपन ऑर्गन पाइप। रिकॉर्डिंग करती जी ऑन। चलो पहला वर्ड पुत्र ये लेके चलिए, ऑर्गन पाइप किनू कहने आपां। कहंदा बच्चे साउंड वेव दी गल हुण मेन आ जाएगी। जिहड़ियां स्टैंडिंग वेव्स ने आपां दो तरह दियां लैने आ। ਸਟ੍ਰਿੰਗ ਦੇ ਉੱਤੇ ਜਦੋਂ ਸਟੈਂਡਿੰਗ ਵੇਵ ਬਣਦੀਆਂ ਤੁਸੀਂ ਕਹਿੰਦੇ ਜੀ ਟਰਾਂਸਵਰਸ ਸਟੈਂਡਿੰਗ ਵੇਵ ਜਾਂ ਟਰਾਂਸਵਰਸ ਸਟੇਸ਼ਨਰੀ ਵੇਵ ਨੇ, ਕਿਉਂਕਿ ਸਟ੍ਰਿੰਗ ਤੇ ਟਰਾਂਸਵਰਸ ਵੇਵ ਆਉਂਦੀਆਂ। ਕਿਸੇ ਆਰਗਨ ਪਾਈਪ ਦੇ ਅੰਦਰ, ਆਰਗਨ ਪਾਈਪ ਕਿਹਨੂੰ ਕਹਿ ਦੇਵਾਂ, ਮਿਊਜ਼ੀਕਲ ਇਨਸਟਰੂਮੈਂਟ, ਜਿੱਦਾਂ ਤੁਹਾਡੇ ਕੋਲ ਸੈਕਸੋਫੋਨ ਹੋ ਗਿਆ, ਤੁਹਾਡੇ ਕੋਲ ਕੋਈ ਫਲੂਇਡ ਆ ਗਈ ਹਨਾ, ਅਸੀਂ ਬੰਸਰੀ ਵਜਾਉਂਦੇ ਆ, ਜਾਂ ਕੋਈ ਕਹਿੰਦਾ ਜੀ ਉਹ ਤੁਸੀਂ ਵੱਡਾ ਬਾਜਾ ਵਜਾਉਂਦੇ ਹੋ, ਕੁਝ ਵੀ ਇਦਾਂ ਦੀ, ਸੈਕਸੋਫੋਨ ਲੈ ਲਓ, ਕੋਈ ਇਦਾਂ ਦੇ ਜਿਹੜੇ ਡਿਵਾਈਸ ਨੇ, ਠੀਕ ਹੈ। ਇਹ ਸਾਰੇ ਦੇ ਸਾਰੇ ਜਿਹੜੇ ਡਿਵਾਈਸਿਸ ਨੇ ਦੇ ਆਰ ਟੂ ਬੀ ਕਾਲਡ ਐਜ਼ ਅ ਆਰਗਨ ਪਾਈਪ। ਜਦੋਂ ਇਹਨਾਂ ਡਿਵਾਈਸਿਸ ਦੇ ਅੰਦਰ ਆਪਾਂ 에ਅਰ ਬਲੋ ਕਰਦੇ ਆ, ਬਾਂਸਰੀ ਦੇਖੀ ਸਾਰਿਆਂ ਨੇ? Yes, sir. Yes, sir. ਇੱਕ ਬਾਂਸਰੀ ਜਿਹੜੀ ਹੁੰਦੀ ਆ, ਜਿਹੜੀ ਬੱਚਿਆਂ ਵਾਲੀ ਹੁੰਦੀ ਆ, ਉਹਦੇ ਚ ਕੀ ਹੁੰਦਾ ਕਿ ਅਸੀਂ ਮੂੰਹ ਦੇ ਅੱਗੇ ਉਹਨੂੰ ਲਾ ਕੇ, ਠੀਕ ਹੈ, ਜਿੱਦਾਂ ਆਪਾਂ ਇਸ ਫਿਗਰ 'ਚ ਸ਼ੋ ਆਫ ਕੀਤਾ ਕਿ ਆ ਸਾਡੇ ਕੋਲ ਉਹਦਾ ਮਾਊਥ ਪਾਈਪ ਆ ਗਿਆ, ਠੀਕ ਹੈ ਜੀ। ਇਹਦੇ ਥਰੂ 에ਅਰ ਬਲੋ ਕਰਦੇ, ਇਹਦੇ ਵਿੱਚ ਅਸੀਂ ਨੈਰੋ ਗੈਪ ਬਣਾ ਕੇ ਕਹਿੰਦੇ ਜੀ 에ਅਰ ਜਦੋਂ ਇਸ ਪੋਰਸ਼ਨ ਚੋਂ ਨਿਕਲ ਕੇ ਇਸ ਪੋਰਸ਼ਨ 'ਚ ਜਾਂਦੀ ਨਾ, ਤੇ ਉਹ ਇਸ ਪੋਰਸ਼ਨ ਦੇ ਅੰਦਰ ਆ ਰਿਜਿਡ ਐਂਡ ਤੇ ਸਟ੍ਰਾਈਕ ਕਰਕੇ ਰਿਫਲੈਕਟ ਬੈਕ ਹੁੰਦੀ, ਇਧਰੋਂ ਸਾਊਂਡ ਵੇਵ ਜਾਈ ਜਾਂਦੀਆਂ, ਉਧਰੋਂ ਰਿਫਲੈਕਟ ਹੁੰਦੀਆਂ। ਇਹ ਇਨਸੀਡੈਂਟ ਤੇ ਰਿਫਲੈਕਟਡ ਵੇਵ ਓਵਰਲੈਪ ਕਰਕੇ, ਠੀਕ ਹੈ ਜੀ, ਤੁਹਾਡੇ ਕੋਲ ਡਿਫਰੈਂਟ ਫ੍ਰੀਕੁਐਂਸੀ ਦੀਆਂ ਸਾਊਂਡ ਵੇਵ ਪ੍ਰੋਡਿਊਸ ਕਰਦੀਆਂ, ਠੀਕ ਹੈ। ਜਿਹੜੀ ਪ੍ਰੋਫੈਸ਼ਨਲ ਫਲੂਇਡ ਹੁੰਦੀ ਆ, ਜਦੋਂ ਉਹ ਵਜਾਉਂਦੇ, ਆਪਾਂ ਤਾਂ ਇਦਾਂ ਵਜਾਉਂਦੇ, ਉਹ ਇਸ ਥਾਂ ਤੋਂ ਜਦੋਂ ਉਹਨੂੰ 에ਅਰ ਬਲੋ ਕਰਦੇ ਆ, ਉਹਦਾ ਆ ਐਂਡ ਕਹਿੰਦਾ ਜੀ ਜੇ ਓਪਨ ਐਂਡ ਬਣਦਾ, ਫਿਰ ਜਦੋਂ ਇਸ ਐਂਡ ਤੋਂ 에ਅਰ ਬਲੋ ਕੀਤੀ ਔਰ ਆ ਐਂਡ ਵੀ ਓਪਨ ਆ, ਤੇ ਇਸ ਆਰਗਨ ਪਾਈਪ ਨੂੰ ਅਸੀਂ ਓਪਨ ਆਰਗਨ ਪਾਈਪ ਕਹਿ ਦਿੰਦੇ। ਸੋ ਆਰਗਨ ਪਾਈਪ ਜਿਹਨੂੰ ਕਹਿਣਾ ਪਿਆ, ਉਹ ਇੱਕ ਤਰ੍ਹਾਂ ਮੇਰੀ ਫਲੂਇਡ ਹੋ ਗਈ, ਠੀਕ ਹੈ ਜੀ, ਜਿਹਦਾ ਦੂਸਰਾ ਐਂਡ ਕਲੋਜ਼ਡ ਜਾਂ ਦੋਨੋਂ ਐਂਡ ਉਹਦੇ ਜਿਹੜੇ ਨੇ ਉਹ ਓਪਨ ਐਂਡ ਹੈਗੇ ਨੇ, ਠੀਕ ਹੈ। ਹੁਣ ਇਹਦੇ ਨਾਲ ਫਰਕ ਕਿੱਥੇ ਪੈਂਦਾ? ਹੁਣ ਇੱਕ ਗੱਲ ਧਿਆਨ ਨਾਲ, ਸਾਰੇ ਧਿਆਨ ਨਾਲ ਸਮਝਿਓ ਬੇਟਾ। ਜਿਹੜਾ ਪਿਛਲਾ ਟੌਪਿਕ ਕੀਤਾ ਆਪਾਂ ਸਟ੍ਰਿੰਗ ਵਾਲਾ, ਸਟ੍ਰਿੰਗ ਦੇ ਦੋਨੋਂ ਐਂਡ ਰਿਜਿਡ ਸੀਗੇ, ਸਟ੍ਰਿੰਗ ਦੇ ਦੋਨੋਂ ਐਂਡ ਰਿਜਿਡ ਸੀਗੇ, ਇਸ ਲਈ ਦੋਨੋਂ ਐਂਡ ਤੇ ਡਿਸਪਲੇਸਮੈਂਟ ਜਿਹੜੀ ਵੇਵ ਦੀ 0 ਹੋ ਜਾਂਦੀ। ਔਰ ਵੇਵ ਦੀ ਡਿਸਪਲੇਸਮੈਂਟ 0 ਹੋਣ ਦਾ ਮਤਲਬ ਆ ਦੋਨਾਂ ਐਂਡ ਦੇ ਉੱਤੇ ਨੋਡ ਬਣਦੇ ਆ, ਦੋਨਾਂ ਐਂਡ ਦੇ ਨੋਡ ਬਣਦੇ, ਵਿੱਚ ਕਿਸੇ ਕਿਸੇ ਥਾਂ ਤੇ ਨੋਡ ਆ, ਕਿਸੇ ਕਿਸੇ ਥਾਂ ਤੇ ਐਂਟੀ ਨੋਡ ਆ, ਉਹ ਡਿਫਰੈਂਟ ਪੋਜੀਸ਼ਨਸ ਆਉਂਦੀਆਂ, ਠੀਕ ਹੈ, ਪਰ ਦੋਨਾਂ ਐਂਡ ਤੇ ਨੋਡ। ਜਦੋਂ ਮੇਰੇ ਕੋਲ ਐਸ ਚ ਕਹਿੰਦਾ ਜੀ ਜਿਹੜੀ ਪਾਈਪ ਹੋਏਗੀ ਉਹ ਓਪਨ ਆਰਗਨ ਪਾਈਪ ਹੋਏਗੀ, ਮਤਲਬ ਦੋਨੇ ਐਂਡ ਉਹਦੇ ਓਪਨ ਨੇ। ਜੇ ਆ ਵੀ ਐਂਡ ਤੇ ਆ ਵੀ ਐਂਡ, ਦੋਨੇ ਐਂਡ ਉਹਦੇ ਓਪਨ ਨੇ, ਜਿੱਦਾਂ ਇਸ ਦੇ ਅੰਦਰ ਕਵਾਂ ਆ ਐਂਡ ਓਪਨ ਆ ਤਾਂ ਦੂਜਾ ਐਂਡ ਕਲੋਜ਼ ਆ, ਪਰ ਜੇ ਦੋਨੇ ਹੀ ਐਂਡ ਉਹਦੇ ਓਪਨ ਨੇ ਤੇ ਓਪਨ ਐਂਡ ਪਾਈਪ ਦੇ ਅੰਦਰ ਹਮੇਸ਼ਾ ਕੀ ਹੋਏਗਾ, ਦੋਨਾਂ ਐਂਡ ਦੇ ਉੱਤੇ ਡਿਸਪਲੇਸਮੈਂਟ ਮੈਕਸਿਮਮ ਹੋਏਗੀ। ਔਰ ਡਿਸਪਲੇਸਮੈਂਟ ਮੈਕਸਿਮਮ ਦਾ ਮਤਲਬ ਆ ਦੋਨਾਂ ਐਂਡ ਦੇ ਉੱਤੇ ਮੇਰੇ ਕੋ ਐਂਟੀ ਨੋਡ ਬਣਨੇ ਆ। ਜਿੱਦਾਂ ਸਟ੍ਰਿੰਗ ਦੇ ਦੋਨਾਂ ਐਂਡ ਦੇ ਉੱਤੇ ਨੋਡ ਬਣਦੇ ਤੇ y ਦੀ ਵੈਲਿਊ 0 ਕਰਕੇ ਅਸੀਂ ਨੋਡ ਦੀਆਂ ਕੰਡੀਸ਼ਨ ਬਣਾਈਆਂ।
ਜਦੋਂ ਓਪਨ ਆਰਗਨ ਪਾਈਪ ਹੋਊਗੀ, ਇਸ ਤੋਂ ਅਗਲੇ ਟੌਪਿਕ 'ਚ ਗੱਲ ਦੁਬਾਰਾ ਫਿਰ ਸਾਰੀ ਕਰਾਂਗਾ। ਓਪਨ ਆਰਗਨ ਪਾਈਪ ਦੇ ਦੋਨੋਂ ਐਂਡ ਜਿਹੜੇ ਨੇ ਉਹ ਓਪਨ ਐਂਡ ਆ, ਤੇ ਓਪਨ ਐਂਡ ਤੇ ਡਿਸਪਲੇਸਮੈਂਟ ਮੈਕਸਿਮਮ ਆ, ਯਾਨੀ ਐਂਟੀ ਨੋਡ ਬਣਨੇ ਆ, ਤੇ ਵਾਈ ਮੈਕਸਿਮਮ ਨਾਲ ਕੰਡੀਸ਼ਨ ਬਣਾਵਾਂਗੇ। ਤੇ ਜੇ ਕਲੋਜ਼ਡ ਆਰਗਨ ਪਾਈਪ ਆ, ਕਲੋਜ਼ਡ ਆਰਗਨ ਪਾਈਪ ਆ, ਉਹਦਾ ਇੱਕ ਐਂਡ ਓਪਨ ਆ ਤੇ ਇੱਕ ਐਂਡ ਕਲੋਜ਼ ਆ। ਓਪਨ ਐਂਡ ਦੇ ਉੱਤੇ ਐਂਟੀ ਨੋਡ ਬਣੇਗਾ ਤੇ ਕਲੋਜ਼ਡ ਐਂਡ ਦੇ ਉੱਤੇ ਮੇਰੇ ਕੋਲ ਜਿਹੜਾ ਨੋਡ ਬਣੇਗਾ। ਕਿਆ ਇੰਨੀ ਗੱਲ ਸਮਝ ਲੱਗੀ? Yes, sir. Yes, sir. ਹੁਣ ਮੈਂ ਲਾਸਟ ਟਾਈਮ ਕਨਕਲੂਡ ਕਰ ਰਿਹਾ ਨਾ ਵਰਡਸ ਨੂੰ, ਆਪਣੇ ਦਿਮਾਗ 'ਚ ਰੱਖਿਓ। ਜੇ ਮੇਰੇ ਕੋਲ ਐਸਾ ਸਟ੍ਰਿੰਗ ਵਾਲਾ ਟੌਪਿਕ ਆ, ਉਹਦੇ ਦੋਨੋਂ ਐਂਡ ਕਲੋਜ਼ ਨੇ, ਉਹਦੇ ਦੋਨੋਂ ਐਂਡ ਮੇਰੇ ਕੋਲ ਜਿਹੜੇ ਫਿਕਸ ਨੇ, ਇਸ ਲਈ ਦੋਨਾਂ ਐਂਡ ਦੇ ਉੱਤੇ ਨੋਡ ਬਣੇ, ਵਾਈ 0 ਨਾਲ ਕੰਡੀਸ਼ਨ ਬਣੀ। ਜਦੋਂ ਮੇਰੇ ਕੋਲ ਓਪਨ ਆਰਗਨ ਪਾਈਪ ਆ, ਉਹਦੇ ਦੋਨੋਂ ਐਂਡ ਓਪਨ ਆ ਤੇ ਵਾਈ ਮੈਕਸਿਮਮ ਨਾਲ ਕੰਡੀਸ਼ਨ ਬਣੇਗੀ, ਐਂਟੀ ਨੋਡ ਬਣਨੇ ਆ। ਤੇ ਜਦੋਂ ਮੇਰੇ ਕੋਲ ਕਲੋਜ਼ਡ ਆਰਗਨ ਪਾਈਪ ਆ, ਉਹਦਾ ਇੱਕ ਐਂਡ ਓਪਨ ਤੇ ਇੱਕ ਐਂਡ ਕਲੋਜ਼ ਆ। ਓਪਨ ਐਂਡ ਤੇ ਡਿਸਪਲੇਸਮੈਂਟ ਮੈਕਸਿਮਮ, ਠੀਕ ਹੈ, ਯਾਨੀ y ਮੈਕਸਿਮਮ ਨਾਲ ਕੰਡੀਸ਼ਨ ਬਣੂ, ਔਰ ਕਲੋਜ਼ ਐਂਡ ਦੇ ਉੱਤੇ y 0 ਨਾਲ ਕੰਡੀਸ਼ਨ ਬਣੂ। ਇੱਕ ਨੋਡ ਤੇ ਇੱਕ ਐਂਟੀ ਨੋਡ ਬਣੂ। ਕੀ ਗੱਲ ਸਮਝ ਆਈ? Yes, sir. Yes, sir. ਚਲੋ ਹੁਣ ਇਹਦੀ ਸਿੰਪਲੈਸਟ ਡਾਇਗਰਾਮ ਆਪਾਂ ਲੈ ਰਹੇ ਹਾਂ। ਇਹਦੀ ਥਾਂ ਦੇ ਉੱਤੇ ਜਿਹੜੀ ਡਾਇਗਰਾਮ ਆਪਾਂ ਸਿੰਪਲ ਵਰਡ 'ਚ ਲੈ ਕੇ ਚੱਲਾਂਗੇ, ਉਹ ਇਦਾਂ ਬਣਾ ਦਿੰਨੇ ਕਿ ਇੱਕ ਤਰ੍ਹਾਂ ਆ ਮੇਰੇ ਕੋਲ ਜਿਹੜੀ ਕਹਿੰਦਾ ਜੀ ਆਰਗਨ ਪਾਈਪ ਆ, ਇਹਦਾ ਇੱਕ ਐਂਡ 0 ਮੀਟਰ ਤੇ ਜਿਹੜਾ 0 ਮੀਟਰ ਵਾਲਾ ਐਂਡ ਮੇਰੇ ਕੋਲ ਜਿਹੜਾ ਐਸ ਸੱਚ ਰਿਜਿਡ ਐਂਡ ਹੋ ਗਿਆ, ਕਲੋਜ਼ ਐਂਡ ਹੋ ਗਿਆ, ਤੇ ਆ ਐਂਡ x = l ਵਾਲਾ ਮੇਰਾ ਓਪਨ ਐਂਡ ਹੋ ਗਿਆ। ਕਿਆ ਇੰਨੀ ਗੱਲ clear ਜੀ? Yes, sir. Yes, sir. ਚਲ ਹੁਣ ਇਸ ਫਿਗਰ ਦੇ ਅਕੋਰਡਿੰਗਲੀ ਆਪਾਂ ਜਿਹੜਾ ਸਟਾਰਟ ਲੈਣਾ ਉਹ ਫਿਰ ਉਹੀ ਹੋਊਗਾ ਬੇਟਾ ਕਿ ਦੋ ਵੇਵਸ ਨੇ, ਇੱਕ ਇਨਸੀਡੈਂਟ ਇੱਕ ਰਿਫਲੈਕਟਡ, ਆਹੀ ਸੇਮ ਡਿਟੋ ਵਰਡ 'ਚ ਕੁਝ ਵੀ ਚੇਂਜ ਕੀਤੇ ਬਿਨਾ ਆਪਾਂ ਐਸ ਸੱਚ ਇਸ ਐਂਡ ਤੱਕ ਸੇਮ ਕੰਡੀਸ਼ਨ ਲਿਖਾਂਗੇ ਕਿ ਵੀ ਤੁਹਾਡੇ ਕੋਲ ਜਿਹੜਾ ਐਸ ਸੱਚ ਕਲੋਜ਼ ਐਂਡ ਹੈਗਾ, ਜਿਹੜਾ ਮੇਰੇ ਕੋਲ ਆ ਕਲੋਜ਼ ਐਂਡ ਹੈਗਾ x0 ਵਾਲੇ ਐਂਡ ਤੇ, ਇਧਰ ਮੇਰੇ ਕੋਲ ਰਿਜਿਡ ਐਂਡ ਹੋਣ ਕਰਕੇ ਡਿਸਪਲੇਸਮੈਂਟ 0 ਆ, ਯਾਨੀ ਇਹ ਨੋਡ ਦੀ ਪੋਜੀਸ਼ਨ ਦਿਖਾਏਗਾ। ਉਹਦੇ ਲਈ ਆਪਾਂ ਇੱਥੇ ਤੱਕ ਜੋ ਲਿਖਿਆ ਹੋਇਆ ਇਹ 'ਚ ਕੁਝ ਨਹੀਂ ਚੇਂਜ ਕਰਾਂਗੇ, ਇਹੀ ਐਸ ਸੱਚ ਸਾਰੇ ਦਾ ਸਾਰਾ। ਕਲੀਅਰ ਇੰਨੀ ਗੱਲ? Yes, sir. Yes, sir. ਹੁਣ ਕੰਪੈਰੀਟਿਵ ਕਰਨ ਵਾਸਤੇ ਆ ਸਾਈਡ ਹਟਾ ਰਿਆ ਬੇਟਾ, ਇਹਦੀ ਲੋੜ ਆਪਾਂ ਨੂੰ ਇਸ ਤੋਂ ਬਾਅਦ ਨਹੀਂ ਹੈਗੀ। ਅਗਲੇ ਟੌਪਿਕ 'ਚ ਇਹਨੂੰ ਦੁਬਾਰਾ ਬਣਾਵਾਂਗੇ ਔਰ ਸੈਕਿੰਡ ਮੈਥਡ ਨਾਲ ਦੱਸਾਂਗਾ। ਜਿੱਦਾਂ ਇਹ ਓਮੇਗਾ ਟੀ ਤੇ kx ਲਿਖਿਆ, ਫਿਰ 2π/λ ਨਾਲ ਵੀ ਬਣਾ ਕੇ ਦੱਸ ਦਾਂਗਾ। ਫਿਰ ਜਿਹੜੇ ਮਰਜ਼ੀ ਇਕੁਏਸ਼ਨ ਆ ਤੁਸੀਂ ਆਹ ਵਾਲੇ ਰਿਜ਼ਲਟ ਜਾਂ ਉਹ ਵਾਲੇ ਬਣਾ ਸਕਦੇ ਹੋ। ਚਲ ਹੁਣ ਇੰਨੀ ਸਾਈਡ ਨੂੰ ਇਹਦੇ ਰਿਮੂਵ ਕਰ ਰਹੇ ਹਾਂ ਜੀ। ਆਪਾਂ ਹੁਣ ਤੱਕ ਜਿੰਨੀ ਗੱਲ ਕਰ ਰਹੇ ਸੀਗੇ ਉਹ 'ਚ ਪਿਛਲੇ ਟੌਪਿਕ 'ਚ ਸੀਗਾ ਕਿ ਜਦੋਂ x ਦੀ ਵੈਲਿਊ l ਆਈ ਸੀਗੀ ਤਾਂ ਅਸੀਂ ਕਿਹਾ ਸੀਗਾ ਕਿ ਦੂਜਾ ਐਂਡ ਰਿਜਿਡ ਸੀਗਾ ਸਟ੍ਰਿੰਗ ਵਾਲਾ, ਇਸ ਲਈ y 0 ਕੀਤਾ ਸੀ। ਹੁਣ ਇਹਦੇ ਅੰਦਰ ਕੰਡੀਸ਼ਨ ਕਿੱਥੇ ਚੇਂਜ ਆ? ਐਟ ਅਦਰ ਐਂਡ। ਆ ਚੀਜ਼ ਬਾਅਦ ਚੋਂ ਹਟਾ ਦਾਂਗੇ ਬੇਟਾ, ਆਪਣੇ ਟੌਪਿਕ ਦਾ ਆ ਪਾਰਟ ਚੱਲਣਾ, ਇਹ ਸਿਰਫ ਕੰਪੈਰੀਟਿਵ ਵਾਸਤੇ ਦੱਸਦਾ ਪਿਆ। ਐਟ ਅਦਰ ਐਂਡ ਆਫ ਪਾਈਪ, ਐਟ ਅਦਰ ਐਂਡ ਆਫ ਪਾਈਪ put x = l, therefore y ਦੀ ਇਕੁਏਸ਼ਨ ਸਾਡੇ ਕੋਲ -2r into sin of kl into cos omega t। ਆ ਇਕੁਏਸ਼ਨ ਤਾਂ ਸੇਮ ਇਹਦੇ ਵਕਣੀ ਬਣੀ ਆ, ਪਰ ਫਰਕ ਕਿੱਥੇ ਪੈਣ ਲੱਗਿਆ? ਆ ਲਾਈਨਾਂ। ਜਦੋਂ ਸਟ੍ਰਿੰਗ ਵਾਲਾ ਟੌਪਿਕ ਆ ਦੂਜਾ ਐਂਡ ਫਿਕਸ ਹੋਣ ਕਰਕੇ ਉੱਥੇ ਡਿਸਪਲੇਸਮੈਂਟ 0 ਹੋ ਗਈ, y 0 ਹੋ ਗਿਆ, ਤੇ ਆਪਾਂ y 0 ਕਰਨ ਵੇਲਾ ਸਾਈਨ ਦਾ ਕਿਹੜਾ ਐਂਗਲ ਉਹ ਲੱਭਿਆ ਸੀਗਾ। ਹੁਣ ਅਸੀਂ ਕਹਿੰਦੇ ਕਿ ਵੀ ਓਪਨ ਐਂਡ ਤੇ ਓਪਨ ਐਂਡ ਤੇ ਹਮੇਸ਼ਾ ਡਿਸਪਲੇਸਮੈਂਟ ਦੀ ਵੈਲਿਊ ਮੈਕਸਿਮਮ ਆ, ਯਾਨੀ ਐਂਟੀ ਨੋਡ ਬਣਨਾ। ਇਹਨੂੰ ਆਪਾਂ ਇਦਾਂ ਲਿਖ ਦਿੰਨੇ, ਠੀਕ ਹੈ, ਐਜ਼ ਅਦਰ ਐਂਡ ਇਜ਼ ਓਪਨ, as other end is open, so anti-node is formed, so anti-node is formed at open end, therefore y = maximum when x = l। ਜਦੋਂ x l ਦੇ ਬਰਾਬਰ ਹੋਏਗਾ ਤੇ y ਦੀ ਵੈਲਿਊ ਮੈਕਸਿਮਮ ਆ ਜਾਊਗੀ। ਕੀ ਆ ਲਾਈਨ ਕਲੀਅਰ ਹੋਈ ਜੀ? Yes, sir. Yes, sir. ਜਿਹੜੇ ਢਿੱਲੇ ਪੈਂਦੇ ਪਏ ਥੋੜੇ ਜਿਹੇ ਐਕਟਿਵ ਹੋ ਕੇ ਬਹਿ ਜਾਓ, ਮੈਂ ਕੈਮਰੇ ਔਨ ਕਰਾ ਦੇਣੇ ਹੁਣੇ, ਨਹੀਂ ਤਾਂ ਸਾਰਿਆਂ ਦੇ।
Yes, sir. ਸਮਝ ਲੱਗਦਾ ਪਿਆ ਸਾਰਿਆਂ ਨੂੰ? Yes, sir. Yes, sir. Yes, sir. Yes, sir. ਦੇਅਰਫੋਰ ਇੱਥੇ ਆਪਾਂ ਹੁਣ y ਦੀ ਥਾਂ ਤੇ ਮੈਕਸਿਮਮ ਲਿਖ ਲਈਏ। y ਦੀ ਵੈਲਿਊ ਜੇ ਮੈਕਸਿਮਮ ਆਈ ਆ ਤੇ -2r sin kl into cos omega t। ਇਹਦਾ ਮਤਲਬ ਆ ਚੀਜ਼ ਨੂੰ ਮੈਕਸਿਮਮ sin ਦੀ ਵੈਲਿਊ ਨੇ ਕਰਾਤਾ। sin ਦੀ ਵੈਲਿਊ ਮੈਕਸਿਮਮ ਕਦੋਂ ਹੋਏਗੀ ਆਪਾਂ ਉਹ ਲਿਖ ਦਾਂਗੇ। ਦੇਅਰਫੋਰ sin kl equal to maximum। ਠੀਕ ਹੈ, sin ਦੀ ਮੈਕਸਿਮਮ ਵੈਲਿਊ ਕਿੰਨੀ ਹੁੰਦੀ ਜੀ? +1. Plus one. sin ਦੀ ਮੈਕਸਿਮਮ ਵੈਲਿਊ ਕਿੰਨੀ ਹੁੰਦੀ? 1. 1 1. ਪਰ ਮਾਈਨਸ ਦੋਨਾਂ ਦੇ ਵਿੱਚ 1 ਆਂਦਾ ਤੇ sin ਦਾ ਕਿਹੜਾ ਐਂਗਲ ਹੈ ਜਿਹਦੇ ਲਈ ਵੈਲਿਊ 1 ਆਂਦੀ ਆ? ਅਸੀਂ ਕਹਾਂ ਜੀ sin 90। ਠੀਕ ਹੈ, sin 90 ਤੋਂ ਬਾਅਦ ਜੇ ਆਪਾਂ ਇੱਥੋਂ ਚਲੀਏ, ਜਦੋਂ ਐਂਗਲ ਮੇਰੇ ਕੋਲ 90 ਡਿਗਰੀ ਆ ਤੇ ਵੈਲਿਊ +1 ਆ। ਜਦੋਂ ਮੈਂ ਇਹ ਚ 180 ਪਲੱਸ ਕਰ ਦੂੰਗਾ ਵੈਲਿਊ ਫਿਰ ਮੈਕਸਿਮਮ ਆ, ਪਰ ਨੈਗੇਟਿਵ ਚ ਮੈਕਸਿਮਮ ਆ। ਉਸ ਦੇ ਵਿੱਚ 180 ਫਿਰ ਪਲੱਸ ਕਰ ਦੂੰਗਾ ਫਿਰ +1, ਫਿਰ ਮੈਂ 180 ਪਲੱਸ ਕਰ ਲਾਂਗਾ ਫਿਰ -1। ਯਾਨੀ ਹਰ 180 ਤੋਂ ਬਾਅਦ ਵਾਲੀ ਵੈਲਿਊਜ਼ ਆਪਾਂ ਇਹਨੂੰ ਇਦਾਂ ਲਿਖ ਦਿੰਨੇ ਆ ਕਿ sin 90 ਦੀ ਥਾਂ ਤੇ ਲਿਖ ਦੋ sin π/2। π/2 ਦੇ ਵਿੱਚ ਪਾਈ ਹੋਰ ਪਲੱਸ ਕਰ ਲਓ, ਯਾਨੀ 3π/2, 5π/2, 7π/2। ਇਹ ਸਾਰੇ π/2 ਦੇ ਮਲਟੀਪਲ ਤੇ ਆਏ ਆ, ਪਰ ਸਾਰੇ ਦੇ ਸਾਰੇ 1, 3, 5, 7 ਇਹ ਸਾਰੇ ਔਡ ਮਲਟੀਪਲ ਆਏ। ਇਹ ਜਿੰਨੇ ਵੀ ਮਲਟੀਪਲ ਆਏ ਆ ਸਾਰੇ ਔਡ ਮਲਟੀਪਲ ਆ ਰਹੇ ਪੁੱਤ। Yes, Yes, sir. sir. Yes, sir. ਇਹਦਾ ਮਤਲਬ ਜੇ ਔਡ ਮਲਟੀਪਲ ਆ ਤੇ ਇਹਨੂੰ ਜਨਰਲਾਈਜ਼ ਵੇ ਨਾਲ sin of 2n - 1 into π/2 ਲਿਖ ਸਕਦੇ ਆ। 2n - 1 ਜਾਂ 2n + 1 ਜਦੋਂ ਵੀ ਨੰਬਰ ਔਡ ਲਿਖਣੇ ਹੋਣ ਤੇ ਉਹਨੂੰ ਤੁਸੀਂ 2n - 1 ਜਾਂ 2n + 1 ਕਿਸੇ ਨਾਲ ਵੀ ਲਿਖ ਸਕਦੇ ਹੋ। ਕਲੀਅਰ ਹੈ ਨੀ ਗੱਲ? Yes, sir. Yes, sir. Yes, sir. देयरफॉर इधरों KL ਨੂੰ ਇਹਦਾ ਮਤਲਬ KL ਨੂੰ ਤੇ ਉਧਰੋਂ 2n - 1 into π/2 ਨੂੰ ਇਕੁਏਟ ਕਰ ਦੋ। K ਦੀ ਥਾਂ ਤੇ ਸੇਮ ਉਸੇ ਤਰ੍ਹਾਂ ਹੀ 2π/λ ਭਰ ਦਾਂਗੇ। देयरफॉर ਆਪਣੇ ਕੋਲ ਰਿਜ਼ਲਟ ਆ ਗਿਆ 2π/λ into L equal to 2n - 1 into π/2। ਪਾਈ ਨਾ ਪਾਈ ਕੈਨਸਲ ਕਰ ਲਓ ਤੇ ਇਤੋਂ L ਕੈਲਕੂਲੇਟ ਕਰ ਦਿਓ ਜਾਂ ਲੈਮਡਾ ਕੈਲਕੂਲੇਟ ਕਰ ਦਿਓ ਤੇ ਲੈਮਡਾ ਦਾ ਫਾਰਮੂਲਾ ਬਣ ਜਾਣਾ 2 into 2 4 4L over 2n - 1। यानी उस टॉपिक दे अंदर पिछले च अपने को लैम्डा का फार्मूला इक्वेट करके 2L/n आया। ठीक है, स्ट्रिंग वाले केस के अंदर ते क्लोज्ड ऑर्गन पाइप दे अंदर लैम्डा का फार्मूला 4L/2n - 1 आ गया। क्या फार्मूला क्लियर है? Yes, sir. Yes, sir. Yes, sir. चल पहला पार्ट इक्वेशन बना के दिखानी सी स्टेशनरी वेव, दूजा पार्ट लैम्डा सी, तीजा पार्ट मेथड ऑफ वाइब्रेशन। हुण जे मॉड ऑफ वाइब्रेशन लेने आ, जे मॉड ऑफ वाइब्रेशन जेदे कंसीडर करिए n दी वैल्यू नु 1 पुट अप करो फर्स्ट मॉड वास्ते, यानी जे ਆਪਾਂ फर्स्ट मॉड इथे डिफाइन करिए n दी वैल्यू 1 पुट अप कर दियो, n 1 भरूंगा ते 2 - 1 ते ऊपर 4L। देयरफॉर अपने को लैम्डा 1 दा फार्मूला 4L/1 यानी L दा फार्मूला लैम्डा 1/4 आ गया। Yes, sir. Yes, sir. Yes, sir. ਜਦੋਂ ਆਪਾਂ ਇਸ ਕੇਸ ਦੀ ਗੱਲ ਕੀਤੀ ਸੀ ਆਪਣੇ ਕੋਲ ਫਰਸਟ ਮੋਡ ਦੇ ਅੰਦਰ ਇਹ ਆਇਆ ਸੀਗਾ ਸਟ੍ਰਿੰਗ ਦੀ ਟੋਟਲ ਲੈਂਥ ਦੇ ਉੱਤੇ ਹਾਫ ਵੇਵ ਬੰਨੀ ਆ ਇਨਸੀਡੈਂਟ ਵੀ ਤੇ ਹਾਫ ਬੰਨੀ ਰਿਫਲੈਕਟਡ ਵੀ। ਹੁਣ ਜੇ ਮੈਂ ਦੇਖਾਂ ਤੇ ਮੇਰੇ ਕੋਲ ਐਸਐਚ ਜੇ ਆ ਕੰਪਲੀਟ ਇੱਕ ਵੇਵ ਆ, ਇੱਕ ਵੇਵ ਦੇ ਅੰਦਰ ਇੱਕ ਕ੍ਰੈਸਟ ਤੇ ਇੱਕ ਟਰਫ ਪੂਰਾ ਆਇਆ, ਇੱਥੇ ਤੱਕ ਚੱਲੀਏ ਤਾਂ ਅਸੀਂ ਕਿਹਾ ਜੀ ਡਿਫਰੈਂਸ ਹਾਫ ਵੇਵ ਦਾ ਵਾ। ਤੇ ਜੇ ਮੈਂ ਇੱਥੇ ਤੱਕ ਲਵਾਂ n ਤੋਂ a ਤੱਕ ਦਾ ਗੈਪ ਜਿਹੜਾ ਵਾ ਇੱਥੇ ਤੱਕ 1/4 ਵੇਵ ਦਾ ਫਰਕ ਪਊ। Yes, sir. Yes, sir. n ਤੋਂ ਲੈ ਕੇ n ਤੱਕ ਕੰਪਲੀਟ ਇੱਕ ਵੇਵ ਆ। ਠੀਕ ਹੈ ਜੀ, ਇੱਥੇ ਤੱਕ ਹਾਫ ਵੇਵ ਆ, ਇੱਥੇ ਤੱਕ 1/4 ਹੋਈ। Yes, sir. Yes, sir. ਇਹਦਾ ਮਤਲਬ ਜਿਹੜੀ ਤੁਸੀਂ ਆਪਣੀ ਆਪਾਂ ਪਾਈਪ ਦਿਖਾਵਾਂਗੇ ਕਲੋਜ਼ਡ ਪਾਈਪ, ਉਹਦੇ ਅੰਦਰ ਜਿਹੜੀ ਵੇਵ ਦਿਖਾਣੀ ਆ ਤੇ ਤੁਹਾਡੀ ਜਿਹੜੀ ਵੇਵ ਉਹਦੇ ਤੇ ਦਿਖਾਵਾਂਗੇ ਉਹ ਸਿਰਫ ਆਪਾਂ ਇੰਨਾ ਪੋਰਸ਼ਨ ਦਿਖਾਵਾਂਗੇ ਕਿ ਨੋਡ ਤੋਂ ਲੈ ਕੇ ਐਂਟੀ ਨੋਡ ਤੱਕ ਦਾ ਗੈਪ ਜਿਹੜਾ ਵਾ
ਇਹ ਤੁਹਾਡੀ ਇਸ ਪੂਰੇ ਦੀ ਪੂਰੀ ਆਰਗਨ ਪਾਈਪ ਦੇ ਅੰਦਰ ਹੋਏਗਾ। ਯਾਨੀ ਆਪਣੀ ਇੰਨੀ ਆਪਾਂ ਦਿਖਾਵਾਂਗੇ ਕਿ ਆਰਗਨ ਪਾਈਪ ਆ, ਆਰਗਨ ਪਾਈਪ ਦਾ ਆ 0 ਮੀਟਰ ਐਂਡ ਆ ਤੇ ਆ L ਮੀਟਰ ਐਂਡ ਆ, ਜਿਹਦੇ ਵਿੱਚ ਇਸ ਐਂਡ ਦੇ ਉੱਤੇ ਮੇਰੇ ਕੋਲ ਨੋਡ ਬਣਦਾ ਪਿਆ ਤੇ ਇਹਦੇ ਇਸ ਐਂਡ ਦੇ ਉੱਤੇ ਮੇਰੇ ਕੋਲ ਐਂਟੀ ਨੋਡ, ਮੀਨ ਇੱਕ ਨੋਡ ਤੇ ਇੱਕ ਐਂਟੀ ਨੋਡ। ਉਹ ਚ ਜਦ ਕਿ ਇਹ ਸੀਗਾ ਇੱਕ ਨੋਡ ਐਕਸਟਰਾ ਬਣਦਾ ਪਿਆ ਸੀ ਤੇ ਇਹਦੇ ਵਾਈਬ੍ਰੇਟ ਕਰਨ ਦੀ ਫ੍ਰੀਕੁਐਂਸੀ ਕੱਢਣੀ ਹੋਵੇ ਤੇ ਫ੍ਰੀਕੁਐਂਸੀ ਦਾ ਫਾਰਮੂਲਾ ਆਪਾਂ ਇੱਥੇ ਲਿਖ ਕੇ ਆਏ ਸੀਗੇ v by lambda, ਉਹੀ ਹੁਣ ਵੀ ਲਿਖਾਂਗਾ v by lambda। ਪਰ ਹੁਣ ਇੱਕ ਫਰਕ ਪਾਣ ਲੱਗਿਆ, ਜਿਹੜੀ ਆਰਗਨ ਪਾਈਪ ਹੈ ਚ ਸਾਊਂਡ ਵੇਵ ਹੁੰਦੀਆਂ, ਜਿਹੜੀ ਸਟ੍ਰਿੰਗ ਆ ਉੱਤੇ ਟਰਾਂਸਵਰਸ ਵੇਵ ਹੁੰਦੀਆਂ। ਸਾਊਂਡ ਵੇਵ ਲੌਂਗੀਟਿਊਡਨਲ ਵੇਵ ਨੇ ਤੇ ਲੌਂਗੀਟਿਊਡਨਲ ਵੇਵ ਦੀ ਵੈਲੋਸਿਟੀ ਦਾ ਫਾਰਮੂਲਾ ਅਸੀਂ ਪਿੱਛੇ ਡਰਾਈਵ ਕੀਤਾ ਹੋਇਆ v equal to root of b by rho। ਕਲੀਅਰ ਹੈ ਜੋ ਲਿਖਿਆ? Yes, sir. Yes, sir. ਇਹ ਫਾਰਮੂਲਾ root t by m ਸੀਗਾ, ਜਿਹੜੀ ਟਰਾਂਸਵਰਸ ਵੇਵ ਦੀ ਵੈਲੋਸਿਟੀ root t by m ਆਂਦੀ ਆ, ਇਹਦੀ ਵੈਲੋਸਿਟੀ b by rho ਆ। ਭਾਵੇਂ ਇਹਨੂੰ v ਰਹਿਣ ਦਿਓ, ਇਹਨੇ ਬੁੱਕ ਦੇ ਵਿੱਚ v ਰਹਿਣ ਦਿੱਤਾ, ਜੇ v ਦੀ ਥਾਂ ਤੇ ਵੈਲਿਊ ਭਰਨੀ ਆ ਤੇ ਆਪਾਂ b by rho ਭਰ ਸਕਦੇ ਆ। ਠੀਕ ਹੈ, ਜੇ ਇਹਨੂੰ ਸਿੰਪਲੀਫਾਈਡ ਮੈਥਡ ਨਾਲ ਹੀ ਲਿਖਾਂ, ਜੇ ਇਹਨੂੰ ਸਿੰਪਲੀਫਾਈਡ ਮੈਥਡ ਨਾਲ ਲਿਖਾਂ ਤੇ ਇਹਨੂੰ v ਰਹਿਣ ਦਿਓ, ਭਾਵੇਂ ਇੱਥੇ ਵੀ ਭਾਵੇਂ v ਰਹਿਣ ਦਿਓ, ਕੋਈ ਗਲਤੀ ਨਹੀਂ ਹੈਗੀ। ਇਹਨਾਂ ਕਲੀਅਰ ਆ? Yes, sir. Yes, sir. ਇਹ ਆਪਣੇ ਕੋਲ ਆ ਗਿਆ v by lambda, lambda ਦੀ ਥਾਂ ਤੇ 4l, ਯਾਨੀ ਜਿਹੜੀ ਫਰਸਟ ਮੈਥਡ ਆਫ ਵਾਈਬ੍ਰੇਸ਼ਨ ਆ, ਯਾਨੀ ਜਿਹੜੀ ਫਰਸਟ ਹਾਰਮੋਨਿਕ ਆਇਆ ਵਾ, ਫਰਸਟ ਹਾਰਮੋਨਿਕ ਆਈ ਆ, ਉਹਦੀ ਫ੍ਰੀਕੁਐਂਸੀ b by 4l ਦੇ ਬਰਾਬਰ ਆਈ ਆ। ਕਲੀਅਰ ਆ ਬੱਚੇ? Yes, sir. Yes, sir. Yes, sir. Sir. ਇਦਾਂ ਹੀ ਇਹਦਾ ਸੈਕਿੰਡ ਮੋਡ ਕੱਢ ਦਿੰਨੇ ਆਪਾਂ। ਸੈਕਿੰਡ ਮੋਡ ਦੇ ਅੰਦਰ n ਦੀ ਵੈਲਿਊ 2 ਭਰ ਦਿਓ, ਇਸ ਫਾਰਮੂਲੇ ਚ n ਦੀ ਥਾਂ ਤੇ 2 ਭਰ ਦੇ 2 2 ਦਾ 4 1 3 ਆ ਜਾਊਗਾ, ਯਾਨੀ lambda 2 ਦਾ ਫਾਰਮੂਲਾ 4l by 3 ਆ ਗਿਆ। ਠੀਕ ਹੈ, ਔਰ ਇਥੋਂ l ਕੱਢ ਦਈਏ, ਇਸ ਟੌਪਿਕ ਦੇ ਵਿੱਚ ਆਪਾਂ ਇਸ ਤੋਂ ਬਾਅਦ l ਕੱਢ ਦਈਏ ਤੇ l ਦੀ ਵੈਲਿਊ 3/4 ਆਫ lambda ਆ ਜਾਊ। Yes, sir. 3/4 ਆਫ ਲੈਮਡਾ ਦਾ ਮਤਲਬ ਕੀ ਹੋਇਆ ਕਿ ਪੂਰੀ ਜਿੰਨੀ ਵੇਵਲੈਂਥ ਹੁੰਦੀ ਉਹਦਾ ਐਸਐਚ 3/4 ਪੋਰਸ਼ਨ ਜਿਹੜਾ ਵਾ ਉਹ ਤੁਹਾਡੀ ਆਰਗਨ ਪਾਈਪ ਨੇ ਕਵਰ ਕਰਨਾ। ਆ 1/4 ਸੀਗਾ, ਇੱਥੇ ਚੱਲਾਂ, ਇੱਥੇ ਤੱਕ ਜੇ ਮੈਂ ਆਵਾਂ ਤੇ 50% ਵੇਵ ਹੋ ਜਾਂਦੀ ਤੇ ਆ 3/4 ਦਾ ਮਤਲਬ 75% ਬਣ ਜਾਂਦੀ। ਇਹਦਾ ਮਤਲਬ ਹੋ ਗਿਆ 50% ਪਲੱਸ ਇੱਥੇ ਤੱਕ ਵੇਵ 1/4 ਹੋਰ ਪੋਰਸ਼ਨ, ਯਾਨੀ ਇੱਕ ਉਹਦੇ ਵਿੱਚ ਮੇਰੇ ਕੋਲ ਕਹਿੰਦਾ ਜੀ ਆ ਪੂਰਾ ਪੋਰਸ਼ਨ ਤੇ ਇੱਕ ਇੰਨੀ ਅੱਧੀ ਵੇਵ ਹੋਰ, ਇੱਥੇ ਤੱਕ ਮੇਰੇ ਕੋਲ ਵੇਵ ਜਿਹੜੀ ਆਰਗਨ ਪਾਈਪ ਦੇ ਅੰਦਰ ਦਿਖਾਵਾਂਗੇ। ਮਤਲਬ ਜਿਹੜਾ ਗ੍ਰਾਫਿਕਲ ਪੈਟਰਨ ਬਣਨਾ ਇਹਦਾ, ਉਹਦੇ ਅੰਦਰ ਅਸੀਂ ਐਸਐਚ ਆ ਦਿਖਾ ਦਾਂਗੇ ਕਿ ਵੀ ਐਸਐਚ ਮੇਰੇ ਕੋਲ ਇੰਨਾ ਪੋਰਸ਼ਨ ਜਿਹੜਾ ਉਹ ਇਨਸੀਡੈਂਟ ਵੇਵ ਦਾ ਤੇ ਇਹਦੇ ਤੇ ਓਵਰਲੈਪ ਕਰਨ ਵਾਸਤੇ ਇੰਨਾ ਪੋਰਸ਼ਨ ਜਿਹੜਾ ਮੇਰੇ ਕੋਲ ਉਹ ਰਿਫਲੈਕਟਡ ਵੇਵ ਦਾ। ਠੀਕ ਹੈ, ਇੱਥੇ ਤੱਕ ਚੱਲਾ ਤੇ ਇਹਦਾ ਮਤਲਬ ਹੋ ਗਿਆ ਕਿ ਆ ਤੁਹਾਡੀ ਆਰਗਨ ਪਾਈਪ ਦੇ ਅੰਦਰ, ਤੁਹਾਡੀ ਆਰਗਨ ਪਾਈਪ ਜਿਹਦਾ ਆ ਐਂਡ 0 ਮੀਟਰ ਆ ਤੇ ਆ ਐਂਡ L ਮੀਟਰ ਆ, ਇਹਦੇ ਵਿੱਚ ਇਸ ਥਾਂ ਤੇ ਨੋਡ, ਇਸ ਥਾਂ ਤੇ ਨੋਡ ਤੇ ਆ ਵਿੱਚ ਮੇਰੇ ਕੋਲ ਦੋ ਬਣ ਗਏ ਐਂਟੀ ਨੋਡ। ਕਿਆ ਕਲੀਅਰ ਹੈ ਜੀ? Yes, sir. Yes, sir. Yes, sir. ਇਹਦਾ ਮਤਲਬ ਜਿੰਨੇ ਮੇਰੇ ਕੋਲ ਨੋਡ ਆਏ ਉਹਨੇ ਮੇਰੇ ਕੋਲ ਐਂਟੀ ਨੋਡ ਆਏ। ਕਲੀਅਰ ਆ? Yes, sir. Yes, sir. ਇਹਦੀ ਵਾਈਬ੍ਰੇਟ ਕਰਨ ਦੀ ਫ੍ਰੀਕੁਐਂਸੀ ਕੱਢੀਏ v by lambda 2। lambda 2 ਦੀ ਵੈਲਿਊ ਤੁਹਾਡੇ ਕੋਲ ਬਣੀ ਆ, ਪੁੱਟ ਕਰ ਦਿਓ v by 4l into 3। ਹੁਣ ਗੱਲ ਫੇਰ ਸਮਝਿਓ ਧਿਆਨ ਨਾਲ, ਇੱਥੇ ਜਿਹੜਾ ਆਪਣੇ ਕੋਲ ਉੱਪਰ ਆਇਆ ਸੀ v by 4l, ਇਹਨੂੰ ਅਸੀਂ ਨਿਊ 1 ਕਿਹਾ ਵਾ। ਇਹਦਾ ਮਤਲਬ ਜੇ ਮੈਂ ਇੰਨੀ ਚੀਜ਼ ਨੂੰ ਪਿਕ ਕਰ ਲਾਂ, ਜਿਹਨੂੰ ਸਰਕਲ ਕਰਦਾ ਪਿਆ, ਇੰਨੀ ਚੀਜ਼ ਮੇਰੀ ਨਿਊ 1 ਬਣ ਜੂ। Yes, sir. Yes, sir. ਓਏ ਅਵਰਾਜ, therefore ਇਸ ਕੇਸ ਦੇ ਅੰਦਰ ਜੇ new 2 ਲਿਖੀਏ ਤੇ new 2 ਦੀ ਵੈਲਿਊ 3 new 1 ਬਣੀ ਆ। ਹੁਣ ਗੱਲ ਕੁਝ ਜੋੜਨ ਲੱਗਿਆ, ਗੱਲ ਨੂੰ ਸਮਝ ਲਿਓ। ਇਦਾਂ ਹੀ ਜਦੋਂ ਆਪਾਂ ਸਿਮਿਲਰਲੀ new 3 ਲਿਖਾਂਗੇ, new 3 ਦੀ ਵੈਲਿਊ 5 new 1 ਆਣੀ ਆ। ਠੀਕ ਹੈ, ਤੇ ਜਦੋਂ ਆਪਾਂ new n ਲਿਖਾਂਗੇ ਤੇ ਇੱਥੋਂ ਮੈਨੂੰ ਦਿਖਦਾ ਪਿਆ ਇਹ 1 new 1 ਆਇਆ, ਇਹ 3 new 1 ਆ ਗਿਆ, ਇਹ 5 new 1, ਸਾਰੇ ਆਡ ਨੰਬਰ ਆਉਂਦੇ ਪਏ ਆ। ਇਹਦਾ ਮਤਲਬ ਜਿਹੜੀ nth ਫ੍ਰੀਕੁਐਂਸੀ ਹੋਏਗੀ ਉਹ 2n - 1 into new 1 ਆ ਜਾਓ। Yes, sir. ਹੁਣ ਗੱਲ ਪੁੱਤ ਧਿਆਨ ਨਾਲ ਸਮਝਿਓ ਕਿ ਦੱਸਣ ਲੱਗਿਆ। ਜਿਹੜਾ ਨੈਕਸਟ ਟੌਪਿਕ ਆਪਾਂ ਕਰਨਾ ਵਾ
ओपन ऑर्गन पाइप वाला डिक्टो वर्ड च आही रिजल्ट आना ऊपर मैथड बदल जाना ड्राइव करन दा उच चेंज आएगी कुछ और ड्राइव कराना होनी ठीक है पर आ इक्वेशन सेम डिक्टो वर्ड च ही आनी आ और सेम इक्वेशन दे अकॉर्डिंगली आ जिहड़ा न्यू 1 होएगा ठीक है जी इहदी वैल्यू इस तो बाद जदों न्यू 2 कड्डांगे 2 न्यू 1 3 न्यू 1 4 न्यू 1 n न्यू 1 ठीक है ਇਹਦਾ मतलब जे क्लोज्ड ऑर्गन पाइप आ ते जे ओपन ऑर्गन पाइप आ ओपन ऑर्गन पाइप दा इस तो थल्ले वाला रिजल्ट सेम आ जो आपां आ कीता होया स्ट्रिंग वाला ते ओपन ऑर्गन पाइप दा इना पोर्शन सेम आ जेड़ा मेरे कोल एसएच स्ट्रिंग दा इस तो ऊपर वाला पोर्शन सीगा ते क्लोज्ड ऑर्गन पाइप दी शुरू वाली डेरिवेशन वो आपस में सेम आ क्या इन्नी गल समझ लगी पहलो Yes, sir. ਹੁਣ ਇਹਦੇ ਵਿੱਚ ਕੀ ਦੱਸਣ ਲੱਗਿਆ ਗੱਲ ਸਮਝੋ ਤੇ ਆਣਾ ਇੱਕ ਕੁਐਸਚਨ ਬਣ ਜਾਂਦਾ ਕਹਿੰਦਾ ਜੀ ਵਾਈ ਦਾ ਸਾਊਂਡ ਕੁਆਲਿਟੀ ਇਜ਼ ਬੈਟਰ ਇਨ ਓਪਨ ਆਰਗਨ ਪਾਈਪ ਠੀਕ ਹੈ ਦੈਨ ਕਹਿੰਦਾ ਜੀ ਇਨ ਕਲੋਜ਼ਡ ਆਰਗਨ ਪਾਈਪ ਜਾਂ ਅਸੀਂ ਇਹਨੂੰ ਇਦਾਂ ਕਹਿ ਦਿੰਨੇ ਵਾਈ ਦਾ ਸਾਊਂਡ ਇਜ਼ ਬੈਟਰ ਇਨ ਕੁਆਲਿਟੀ ਠੀਕ ਹੈ ਜੀ ਇਨ ਓਪਨ ਆਰਗਨ ਪਾਈਪ ਦੈਨ ਇਨ ਦਾ ਕਹਿੰਦਾ ਜੀ ਕਲੋਜ਼ ਇਦਾਂ ਦਾ ਕੋਈ ਵੀ ਕੁਐਸਚਨ ਕਿ ਵੀ ਜੇਕਰ ਮੈਂ ਐਸਾ ਜਿਹੜੇ ਪ੍ਰੋਫੈਸ਼ਨਲ ਫਲੂਇਡ ਜਿਹੜੇ ਫਲੂਇਡ ਵਜਾਉਂਦੇ ਨੇ ਉਹਨਾਂ ਦੀ ਬਾਂਸਰੀ ਦੀ ਆਵਾਜ਼ ਸੁਣਾ ਜਿਹੜੀ ਓਪਨ ਆਰਗਨ ਪਾਈਪ ਚੋਂ ਪ੍ਰੋਡਿਊਸ ਕਰਦੇ ਆ ਉਹ ਬਹੁਤ ਕਹਿੰਦਾ ਜੀ ਵਧੀਆ ਲੱਗਦੀ ਆ ਐਜ਼ ਕੰਪੇਅਰ ਟੂ ਦੈਟ ਆਫ ਦਾ ਕਹਿੰਦਾ ਜੀ ਕਲੋਜ਼ਡ ਆਰਗਨ ਪਾਈਪ ਕਹਿੰਦਾ ਫਰਕ ਕਿੱਥੇ ਆ ਤੇ ਫਰਕ ਉਹਦਾ ਇਸ ਚੀਜ਼ 'ਚ ਹੋਏਗਾ ਕਿ ਜਿਹੜੀ ਓਪਨ ਆਰਗਨ ਪਾਈਪ ਆ ਉਹਦੇ ਵਿੱਚ ਮੇਰੇ ਕੋਲ ਜਿਹੜੀ ਫ੍ਰੀਕੁਐਂਸੀ ਨਿਊ 2 ਆਈ 2 ਨਿਊ 1 ਆ ਗਈ ਨਿਊ 3 3 ਨਿਊ 1 ਆ ਗਈ ਨਿਊ 4 4 ਨਿਊ 1 ਆ ਗਈ मतलब मेरे को ऐसा न्यू 1 दे मल्टीपल च 1 न्यू 1 2 न्यू 1 3 न्यू 1 4 न्यू 1 all frequencies are present in the sound produced by the open organ pipe पर जेडी closed organ pipe आ ਇਹਦੇ ਰਿਜ਼ਲਟ ਦੇਖੀਏ ਤੇ ਆਪਣੇ ਕੋਲ ऐसा ਜਿਹੜਾ न्यू 2 आया वो 3 न्यू 1 आ गया 2 न्यू 1 एब्सेंट हो गया ਜਿਹੜਾ न्यू 3 आया वो मेरे को ऐसा कहना जी 5 न्यू 1 यानी विचों 4 न्यू 1 एब्सेंट हो गया फिर इधर मेरे को 6 न्यू 1 एब्सेंट हो गया ਇਹਦਾ मतलब मेरे को जिन्नियां इवन फ्रीक्वेंसी दियां साउंड वेव ने वो ऐसा फ्लूइड दे अंदर ही एब्जॉर्ब हो जांदियां वो तुहाडे ਕੰਨਾਂ तक नहीं पहुंचदियां मतलब अद्धी फ्रीक्वेंसी दियां वेव तुसी रिसीव करदे हो ते अद्धियां वेव नहीं रिसीव हो रहीਆਂ इसलिए उस साउंड दी क्वालिटी ਜਿਹੜੀ मेरे को हल्की रह जांदी ਜਿਹੜੀ क्लोज्ड ऑर्गन पाइप च प्रोड्यूस हुंदी ਤੇ ਜਦ ਕਿ ਜਿਹੜੀ ਓਪਨ ਆਰਗਨ ਪਾਈਪ ਆ ਉਹਦੇ ਚ ਹਰ ਫ੍ਰੀਕੁਐਂਸੀ ਦੀਆਂ ਸਾਊਂਡ ਵੇਵ ਉਹ ਅਮਿਟ ਕਰਦਾ ਜਿਹੜੀਆਂ ਤੁਹਾਡੇ ਕੰਨਾਂ ਤੱਕ ਆਉਂਦੀਆਂ ਦੈਟਸ ਵਾਈ ਦਾ ਕੁਆਲਿਟੀ ਆਫ ਅ ਸਾਊਂਡ ਪ੍ਰੋਡਿਊਸਡ ਬਾਈ ਦਾ ਕਹਿੰਦਾ ਜੀ ਓਪਨ ਆਰਗਨ ਪਾਈਪ ਇਜ਼ ਬੈਟਰ ਐਜ਼ ਕੰਪੇਅਰ ਟੂ ਦੈਟ ਆਫ ਦਾ ਕਲੋਜ਼ਡ ਆਰਗਨ ਪਾਈਪ ਕਿਆ ਇਹ ਕੁਐਸਚਨ ਕਲੀਅਰ ਆ Yes, sir. Yes, sir. Yes, sir. ਸਾਰਿਆਂ ਨੂੰ ਸਮਝ ਲੱਗਦਾ ਪਿਆ Yes, sir. sir. Yes, sir. ਪੱਕਾ ਜੀ Yes, sir. ਕੋਈ ਥੱਕਿਆ ਤਾਂ ਨਹੀਂ No, sir. Yes, sir. ਜੇ ਕੋਈ ਕਹਿ ਵੀ ਦਊਗਾ ਤਾਂ ਆਪਾਂ ਕਿਹੜਾ ਮੰਨਣੀ ਆ ਕਰਨੀ ਤਾਂ ਆਪਾਂ ਫੇਰ ਪੂਰੀ ਆ Yes, sir. ਠੀਕ ਹੈ ਨਾ ਇਸ ਲਈ ਮਜ਼ੇ ਨਾਲ ਪੜੋ ਹਾਂ ਸਿਰਫ 2 ਮਿੰਟ ਲਈ ਹੁਣ ਇਸ ਤੋਂ ਬਾਅਦ ਟੌਪਿਕ ਜਿਹੜਾ ਹੈਗਾ ਫਿਰ ਇੱਕ ਵਾਰ ਰਿਪੀਟ ਕਰ ਰਿਹਾ ਟੌਪਿਕ ਹੈਗਾ ਸਟੈਂਡਿੰਗ ਵੇਵ ਇਨ ਓਪਨ ਆਰਗਨ ਪਾਈਪ ਉਹਦੀ ਡੈਰੀਵੇਸ਼ਨ ਦੇ ਅੰਦਰ ਇੱਕ ਚੀਜ਼ ਰਿਪੀਟ ਕਰ ਰਿਹਾ ਕਿ ਵੀ ਜਿੱਦਾਂ ਆਪਾਂ ਡੈਰੀਵੇਸ਼ਨ ਪਿਛਲੀਆਂ ਦੋਨੋਂ ਬਣਾਈਆਂ ਉਹ ਚ ਆਪਾਂ ਇਕੁਏਸ਼ਨ r sin ਓਮੇਗਾ t kx ਨਾਲ ਬਣਾਈ ਆ ਕਈਆਂ ਦੀ ਬੁੱਕ ਦੇ ਵਿੱਚ ਠੀਕ ਹੈ ਜੀ ਹੋ ਸਕਦਾ ਪ੍ਰਦੀਪ ਚ ਨਹੀਂ ਕਹਿ ਰਿਹਾ ਇਸ ਤੋਂ ਇਲਾਵਾ ਕਿਸੇ ਹੋਰ ਬੁੱਕ ਦੇ ਅੰਦਰ ਇਕੁਏਸ਼ਨ ਜਿਹੜੀ ਸਟੈਂਡਰਡ ਫਾਰਮ ਚ ਪਹਿਲਾਂ ਬਣੀ ਹੋਈ ਆ r sin 2 pi by lambda vt minus x ਵਾਲੀ ਠੀਕ ਹੈ ਉਹਨੇ ਉਹ ਇਕੁਏਸ਼ਨ ਆ ਵੀ ਰਿਜ਼ਲਟ ਬਣਾਏ ਆ ਤੁਸੀਂ ਜਿੰਨਾ ਮਰਜ਼ੀ ਬਣਾ ਸਕਦੇ ਰਿਜ਼ਲਟ ਸੇਮ ਆਣੇ ਕੁਝ ਚੇਂਜ ਨਹੀਂ ਆਏਗਾ ਸੇਮ ਰਿਜ਼ਲਟ ਆਪਣੇ ਕੋਲ ਡਰਾਈਵ ਹੁੰਦੇ ਆ ਇਸ ਲਈ ਜਿਹੜੀ ਮਰਜ਼ੀ ਮੈਥਡ ਨਾਲ ਇਕੁਏਸ਼ਨ ਡਰਾਈਵ ਕਰਕੇ ਤੁਸੀਂ ਉਹਨੂੰ ਯੂਜ਼ ਕਰ ਲਿਓ ਤੁਹਾਡੇ ਰਿਜ਼ਲਟ ਸੇਮ ਹੀ ਆਣੇ ਆ ਦੂਜੀ ਗੱਲ ਸਭ ਤੋਂ ਇੰਪੋਰਟੈਂਟ ਜੇ ਟੌਪਿਕ ਇਹ ਤਿੰਨੇ ਸਕੂਲੇ ਕਰਾਏ ਆ ਤੇ ਯਾਦ ਰੱਖਿਓ ਸਟੈਂਡਿੰਗ ਵੇਵ ਇਨ ਓਪਨ ਆਰਗਨ ਪਾਈਪ ਦੀ ਡੈਰੀਵੇਸ਼ਨ ਪ੍ਰਦੀਪ ਦੀ ਬੁੱਕ ਦੇ ਵਿੱਚ ਨਹੀਂ ਹੈਗੀ ਠੀਕ ਹੈ ਤੇ ਉਹ ਨਾਰਮਲੀ ਇੱਕ ਲਾਈਨ ਬੋਲ ਕੇ ਛੱਡ ਦਿੰਦੇ ਹੁੰਦੇ ਆ ਕਿ ਵੀ ਸੇਮ ਜਿੱਦਾਂ ਸਟ੍ਰਿੰਗ ਦੀ ਡੈਰੀਵੇਸ਼ਨ ਕੀਤੀ ਉਦਾਂ ਹੀ ਇਹਦੀ ਕਰਨੀ ਆ ਜਦੋਂ ਤੁਸੀਂ ਸੇਮ ਸਟੈਪ ਉਹਦੇ ਲਗਾਉਂਦੇ ਹੋ ਉਹ ਚ ਕਿਤੇ ਚੇਂਜ ਆਣੀ ਕੋਈ ਦੱਸੋਗੇ ਇਹਦੇ ਵਿੱਚ ਕਿੱਥੇ ਚੇਂਜ ਆਉ ਵਾਲੀ ਉਹ ਚੇਂਜ ਨਾ ਬਣਾ ਪਾਏ ਆਪਣੇ ਆਪ ਤੇ ਤੁਸੀਂ ਔਖੇ ਹੋ ਜਾਓਗੇ ਔਰ ਤਿੰਨਾਂ ਵਿੱਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਆ ਉਹ ਆ ਤੀਜੇ ਵਾਲੀ ਡੈਰੀਵੇਸ਼ਨ ਹੋ ਜਾਂਦੀ ਕਾਰਨ ਇੱਕੋ ਹੀ ਆ ਕਿ ਵੀ ਬੁੱਕ ਦੇ ਵਿੱਚੋਂ ਡੈਰੀਵੇਸ਼ਨ ਮਿਲਦੀ ਨਹੀਂ ਬੱਚੇ ਨੂੰ ਉਸ ਖੜੇ ਮੌਕੇ ਤੇ ਉਹ ਬਣਾ ਨਹੀਂ ਪਾਉਂਦਾ ਉਹਦਾ ਕੁਐਸਚਨ ਗਲਤ ਹੋ ਜਾਂਦਾ ਇਸ ਲਈ ਉਹਦੀ ਡੈਰੀਵੇਸ਼ਨ ਦੇ ਸਾਰੇ ਸਟੈਪਸ ਮੈਂ ਇੱਥੇ ਕੰਪਲੀਟ ਕਰਨ ਲੱਗਿਆ ਠੀਕ ਹੈ ਇਹ ਡੈਰੀਵੇਸ਼ਨ ਨੋਟ ਜ਼ਰੂਰ ਕਰ ਲਿਓ
ओके जी Okay, sir. Yes, Okay, sir. sir. ਚਲੋ ਹੁਣ ਸਿਰਫ ਔਰ ਸਿਰਫ ਨੋਟ ਕਰਨ ਵਾਲੀ ਇੱਕੋ ਚੀਜ਼ ਆ ਕਿ ਜਿਹੜੀ ਤੁਸੀਂ ਐਸਐਚ ਪਾਈਪ ਲੈਣ ਲੱਗੇ ਹੋ ਉਹ ਚ ਅਸੀਂ ਡਿਫਾਈਨ ਕਰਦੇ ਪਏ ਕਿ ਵੀ ਮੇਰੀ ਓਪਨ ਆਰਗਨ ਪਾਈਪ ਆ open organ pipe which is to be open at both the ends ठीक है यानी x equal to 0 end भी ते x equal to l मीटर भी दोनों एंड ओपन होन करके दोनों एंड्स ਦੇ ਉੱਤੇ ਐਂਟੀ ਨੋਡ ਬਣਨੇ ਆ ਇਹ ਤਾਂ ਪਹਿਲਾਂ ਲਿਖ ਦਿਓ ਸਟ੍ਰਿੰਗ ਦੇ ਦੋਨਾਂ ਐਂਡ ਦੇ ਉੱਤੇ ਮੇਰੇ ਕੋਲ ਜਿਹੜੇ ਫਿਕਸ ਐਂਡ ਸੀਗੇ ਦੋਨਾਂ ਐਂਡ ਤੇ ਨੋਡ ਬਣਦੇ ਸੀ ਓਪਨ ਆਰਗਨ ਪਾਈਪ ਦੇ ਦੋਨਾਂ ਐਂਡ ਦੇ ਉੱਤੇ ਮੇਰੇ ਕੋਲ ਜਿਹੜੇ ਆ ਉਹ ਐਂਟੀ ਨੋਡ ਬਣਨੇ ਆ ਇਹਨਾਂ ਕਲੀਅਰ ਆ ਮੈਨੂੰ Yes, sir. ਚਲੋ Yes, sir. ਦੂਜੀ ਨੋਟ ਕਰਨ ਵਾਲੀ ਚੀਜ਼ ਜਿਹੜੀ ਆ ਠੀਕ ਹੈ ਜੀ ਉਹ ਇਹ ਹੋਏਗੀ ਜਦੋਂ ਇਧਰੋਂ ਵੇਵ ਟ੍ਰੇਨ ਟਰੈਵਲ ਕਰਕੇ ਇਸ ਐਂਡ ਤੇ ਪਹੁੰਚਣੀ ਹੈ ਬੇਟਾ ਕਿਉਂਕਿ ਹੁਣ ਇਹ ਐਂਡ ਮੇਰੇ ਕੋਲ ਐਸ ਸੱਚ ਕਲੋਜ਼ ਨਹੀਂ ਹੈਗਾ ਇਸ ਲਈ ਜਦੋਂ ਇਹਨੇ ਡਿਸਟਰਬੈਂਸ ਇਸ 에ਅਰ ਦੇ ਮੀਡੀਅਮ ਨੂੰ ਟ੍ਰਾਂਸਫਰ ਕਰਨੀ ਆ ਤੇ ਇੱਥੇ ਕ੍ਰੈਸਟ ਨੇ ਟਰਫ ਬਣ ਕੇ ਨਹੀਂ ਵਾਪਸ ਮੁੜਨਾ ਕ੍ਰੈਸਟ ਬਣ ਕੇ ਵਾਪਸ ਮੁੜਦਾ मतलब ये होया कि जो इन्हें इस पॉइंट ते एनर्जी ट्रांसफर करने की कोशिश की जिदा सी आ क्या सीगा कि जे आ एंड रिजिड एंड होएगा ते इस रिजिड एंड दे उत्ते जाके जो आ वेव दे पार्टिकल यानी डिस्टरबेंस जिहड़ी इत्थे पहुंची आ वो इस बॉल दे मॉलिक्यूल नूं ऊपर हिलाना चाहती है पर बॉल दा मॉलिक्यूल फिक्स होने करके वो एज सच कहंदा जी अपर डिस्प्लेस नहीं हुंदा ते वेव नूं थल्ले नूं मोड़ दिंदा यानी क्रेस्ट ट्रफ च बदल जाता पर क्योंकि ये एंड ओपन आ इसलिए जो इनू एनर्जी ट्रांसफर करेगा इन्हें वो एनर्जी लैके क्रेस्ट नू क्रेस्ट दी फॉर्म च वापस मोड़ना मतलब ये होया इत्थे वेव दा 180 डिग्री ते फेज रिवर्सल नहीं होनी क्या आ गल समझ लगी Yes. Yes, sir. सॉरी इन्नी गल समझ लगी है बेटा Yes, sir. Yes, sir. मैथमेटिकल इक्वेशन कितने बदल जानी तुम समझियो ध्यान नाल लेट इंसिडेंट वेव बी गिवन बाय यदि इक्वेशन सीधी लिख रहे हैं y1 इक्वल टू r sin 2 पाई बाय लैम्डा इनटू vt माइनस x ठीक है 2 पाई बाय लैम्डा अंदर मल्टीप्लाई कर ला ते ओमेगा t ते kx वाली टर्म बन जानी है ਆਪਾਂ ਇਸੇ ਫਾਰਮੈਟ ਚ ਵੀ ਹੁਣ ਇਹਨੂੰ ਬਣਾ ਕੇ ਦੇ ਦਾਂਗੇ ठीक है और एंड रिफ्लेक्टेड वेव भी गिवन बाय जे मैं रिफ्लेक्टेड वेव लिखनी आ ਉਹਦੇ ਵਿੱਚ ਸਿਰਫ ਇੱਕ ਚੇਂਜ ਆਏਗੀ ਕਿ ਰਿਫਲੈਕਟਡ ਵੇਵ 네ਗੇਟਿਵ ਸਾਈਡ ਨੂੰ ਚੱਲਣੀ ਆ ਇਸ ਲਈ -x ਦਾ +x ਤੇ ਹੋਏਗਾ ਪਰ ਕਿਉਂਕਿ ਫੇਜ਼ ਰਿਵਰਸਲ ਨਹੀਂ ਹੋਈ ਇਸ ਲਈ 180 ਵਾਲੀ ਕੋਈ ਕੰਡੀਸ਼ਨ ਨਾਲ ਨਹੀਂ ਆਣੀ ਪਿਛਲੇ ਦੋਨਾਂ ਟੌਪਿਕ ਚ 180 ਦੀ ਕੰਡੀਸ਼ਨ ਨਾਲ ਸੀਗੀ ਇਹਦੇ ਵਿੱਚੋਂ 180 ਦੀ ਕੰਡੀਸ਼ਨ ਨਹੀਂ ਆਣੀ ਇਹੀ ਇੱਕ ਮੇਨ ਚੀਜ਼ ਨੋਟ ਕਰਨ ਵਾਲੀ ਆ ਜਦੋਂ ਨਿਆਣੇ ਨੂੰ ਇਹ ਕਿਹਾ ਜਾਂਦਾ ਕਿ ਵੀ ਸੇਮ ਉਸੇ ਮੈਥਡ ਨਾਲ ਕਰਨੀ ਹੈ ਡੈਰੀਵੇਸ਼ਨ ਠੀਕ ਹੈ ਉਹ 180 ਦੀ ਕੰਡੀਸ਼ਨ ਲੈ ਕੇ ਨਾਲ ਤੁਰਦਾ ਔਰ ਐਂਡ ਦੇ ਵਿੱਚ ਜਾ ਕੇ ਉਹ ਰਿਜ਼ਲਟ ਨਹੀਂ ਬਣ ਪਾਉਂਦਾ y ਦੀ ਇਕੁਏਸ਼ਨ ਜਿਹੜੀ ਬਣਨੀ ਚਾਹੀਦੀ ਆ ਕੀ ਗੱਲ ਸਮਝ ਆਈ ਬੇਟਾ Yes, sir. इसलिए ਇਹਦੇ ਅੰਦਰ ਜਦੋਂ ਆ ਸੈਕਿੰਡ ਇਕੁਏਸ਼ਨ ਲਿਖਾਂਗੇ ਇਕੁਏਸ਼ਨ ਆ ਗਈ r sin 2 pi by lambda vt plus x ਠੀਕ ਹੈ ਜੀ plus 180 ਛੱਡ ਗਏ ਹੁਣ ਨਹੀਂ ਆਣਾ ਇਹਦੇ ਅੰਦਰ ਹੁਣ ਇਸ ਤੋਂ ਬਾਅਦ ਅਸੀਂ ਲਗਾਇਆ ਸੀ ਸੁਪਰਪੋਜੀਸ਼ਨ ਪ੍ਰਿੰਸੀਪਲ ਅਕੋਰਡਿੰਗ ਟੂ ਸੁਪਰਪੋਜੀਸ਼ਨ ਪ੍ਰਿੰਸੀਪਲ according to superposition principle y equal to y1 plus y2 therefore अपने को y दी इक्वेशन आ गई r पहले ही बाहर रख दियो ठीक है जी अपनी टर्म बन गई sin of 2 pi by lambda vt minus x plus sin of 2 pi by lambda vt plus x ठीक है sin c plus sin d ਦਾ ਫਾਰਮੂਲਾ ਹੋ ਗਿਆ क्या क्लियर इन्नी गल Yes, sir. Yes, sir. sin c plus sin d ਦਾ ਫਾਰਮੂਲਾ ਇੱਥੇ ਯੂਜ਼ ਕਰਾਂਗੇ we know that sin c plus sin d ਫਾਰਮੂਲਾ ਬਣ ਗਿਆ 2 sin c plus d by 2 into cos of c minus d by 2 ਠੀਕ ਹੈ ਜੀ ਆਪਣੇ c ਤੇ d ਆ ਦੋਨੋਂ ਆ ਜਾਣੇ ਆ ਠੀਕ ਹੈ therefore ਆਪਣੇ ਕੇਸ ਲਈ ਫਾਰਮੂਲਾ sin 2 pi by lambda vt minus x plus sin 2 pi by lambda vt plus x
ਲਾਓ ਇਹਦੇ ਤੇ ਫਾਰਮੂਲਾ ਆਪਣੇ ਕੋਲ ਆ ਜਾਊਗਾ ਜੀ 2 sin c plus d c plus d ਤੇ ਦੋਨਾਂ ਦੇ ਵਿੱਚ 2 ਪਾਈ ਬਾਈ ਲੈਮਡਾ ਤਾਂ ਪਹਿਲਾਂ ਹੀ ਬਾਹਰ ਰੱਖ ਲਓ ਇੱਥੇ 2 ਪਾਈ ਬਾਈ ਲੈਮਡਾ ਇਨਟੂ ਆ ਦੋਨੋਂ ਇੱਕ ਵਾਰੀ ਪਲੱਸ ਕਰਨੇ ਆ ਜਦੋਂ ਪਲੱਸ ਕਰਾਂਗਾ ਤੇ -x ਤੇ +x ਕੈਨਸਲ ਹੋ ਜਾਣੇ ਟਰਮ 2vt/2 ਬਣ ਜੂ ਕੀ ਗੱਲ ਸਮਝ ਆਈ Yes, sir. 2vt/2 ਬਣ ਜਾਏਗਾ ਇਨਟੂ ਇੱਥੇ cos ਆਫ ਲਿਖ ਲਓ cos ਦੇ ਵਿੱਚ ਵੀ ਚੱਲੀਏ ਤੇ c - d ਮਤਲਬ 2 ਪਾਈ ਬਾਈ ਲੈਮਡਾ ਰਹੇਗਾ ਨਾਲ ਬ੍ਰੈਕਟ ਦੇ ਵਿੱਚ ਚੱਲੀਏ ਤੇ ਜਦੋਂ ਐਸਐਚ c - d ਕਰਨਾ ਵਾ ਠੀਕ ਹੈ ਨਾ c - d ਕਰਨਾ vt ਕੱਟਿਆ ਜਾਣਾ -x ਤੇ ਇਹਦਾ -x -2x ਬਣ ਜਾਓ Yes, sir. Yes, Yes, sir. sir. Yes, -2x/2 ਆ ਜਾਓ ਠੀਕ ਹੈ ਜੀ ਐਡਜਸਟ ਕਰੋ ਆਪਣੇ ਕੋਲ 2 ਨਾਲ 2 ਕੈਨਸਲ ਆ ਤੇ ਇਧਰੋਂ 2 ਨਾਲ 2 ਕੈਨਸਲ ਆ ਤੇ देयरफॉर ਸਾਡੇ ਕੋਲ ਜਿਹੜੀ ਐਸਐਚ ਆ ਜਿੰਨੀ ਵੈਲਿਊ sin c + sin d ਦੀ ਆਈ ਆ ਉੱਪਰ ਲੈ ਜਾਓ ਵਾਪਸ देयरफॉर y = r ਬ੍ਰੈਕਟ ਪੂਰੇ ਦੀ ਵੈਲਿਊ ਆਪਣੇ ਕੋਲ ਆ ਗਈ 2 sin 2 ਪਾਈ ਲੈਮਡਾ vt ਠੀਕ ਹੈ ਜੀ ਇਨਟੂ cos ਆਫ 2 ਪਾਈ ਲੈਮਡਾ -x ਤੇ cos -x ਕਾਦੇ ਬਰਾਬਰ cos -θ ਕਾਦੇ ਬਰਾਬਰ Plus cos theta. cos -θ ਕਾਦੇ ਬਰਾਬਰ cos theta cos थीटा सो cos -θ ਮੇਰੇ ਕੋਲ cos θ ਆ ਜਾਏਗਾ ਆ ਪ੍ਰੋਪਰਟੀ ਆਪਾਂ ਯੂਜ਼ ਕਰ ਜਾਣੀ ਮਤਲਬ ਆ ਮਾਈਨਸ ਤੁਹਾਡੀ ਖਤਮ ਹੋ ਜਾਣੀ ਤੇ ਆਪਣੀ ਟਰਮ ਬਣ ਜਾਏਗੀ y = 2r x ਵਾਲੀ ਟਰਮ ਅੱਗੇ ਦੇਖੋ ਹੁਣ ਇੱਥੇ ਕਿੱਥੇ ਫਰਕ ਪਿਆ ਜਿਹੜੇ ਪਿਛਲੇ ਦੋਨੋਂ ਟੌਪਿਕ ਚ ਉਹ ਚ x ਵਾਲੀ ਟਰਮ sin ਦੇ ਨਾਲ ਸੀਗੀ ਠੀਕ ਹੈ cos ਵਾਲੀ ਟਰਮ ਨਾਲ ਟਾਈਮ ਸੀਗਾ ਇੱਥੇ cos ਵਾਲੀ ਟਰਮ x ਦੇ ਨਾਲ ਆ ਤੇ sin ਵਾਲੀ ਟਰਮ t ਦੇ ਨਾਲ ਆ ਕੀ ਡਿਫਰੈਂਸ ਸਮਝ ਲੱਗਿਆ Yes, sir. yes, sir. ਟਰਮ ਬਣ ਗਈ 2r cos of 2 पाई by lambda x ਮਾਈਨਸ ਖਤਮ ਹੋ ਗਈ ਇਸ ਪ੍ਰੋਪਰਟੀ ਦੇ ਕਰਕੇ ਇਨਟੂ ਆ ਗਿਆ sin of 2 पाई by lambda vt क्या आ इक्वेशन क्लियर है जी ਆਪਾਂ ਨੂੰ Yes, sir. So. ਕਰਾਂ ਕੰਟੀਨਿਊ Yes, sir. ਇਸ ਤੋਂ ਬਾਅਦ ਸੇਮ ਵਰਡ ਫੇਰ ਆ ਜਾਓਗੇ ਆਪਣੀ ਉੱਪਰ ਜਿਹੜੀਆਂ ਦੋਨੋਂ ਇਕੁਏਸ਼ਨ ਆ ਉਹ 2 ਪਾਈ ਬਾਈ ਲੈਮਡਾ vt x ਜਾਂ vt x ਦੀ ਫਾਰਮ ਚ ਆ ਔਰ ਇੱਥੇ ਜਾ ਕੇ ਮੇਰੇ ਕੋਲ vt x ਵਾਲੀ ਟਰਮ ਸਪਲਿਟ ਹੋ ਚੁੱਕੀ ਆ ਇਹਦਾ ਮਤਲਬ ਆ ਇਕੁਏਸ਼ਨ ਜਿਹੜੀ ਆ ਇਹ ਮੇਰੇ ਕੋਲ ਐਸਾ ਚ ਉੱਪਰ ਵਾਲੀਆਂ y1 y2 ਇਕੁਏਸ਼ਨ ਨਾਲ ਮੈਚ ਨਹੀਂ ਕਰਦੀ ਯਾਨੀ ਇਹ ਟਰੈਵਲਿੰਗ ਵੇਵ ਦੀ ਇਕੁਏਸ਼ਨ ਨਹੀਂ ਬਣੀ ਫਿਰ ਅਸੀਂ ਕਹਿੰਦੇ ਇਹ ਨਿਊ ਟਾਈਪ ਆਫ ਇਕੁਏਸ਼ਨ ਆ which is called as the equation for standing or stationary wave ਕੀ ਇੰਨੀ ਗੱਲ ਕਲੀਅਰ Yes, sir. Yes, sir. Yes. ਚਲ ਹੁਣ ਇਹਦੇ ਵਿੱਚੋਂ ਆ ਇੰਨੀ ਟਰਮ ਜਿਹੜੀ ਆ cos ਦੇ ਨਾਲ ਜੋੜ ਕੇ ਆਈ ਇਹ ਰਿਜ਼ਲਟੈਂਟ ਵੇਵ ਦਾ ਐਂਪਲੀਟਿਊਡ ਬਣ ਜੂ ਠੀਕ ਹੈ ਇਹ ਰਿਜ਼ਲਟੈਂਟ ਵੇਵ ਦਾ ਐਂਪਲੀਟਿਊਡ ਬਣਾ ਦੇਗੀ ਇਹਦਾ ਮਤਲਬ ਇਹਦੇ ਵਿੱਚ x ਦੀ ਵੈਲਿਊ ਇੱਕ ਵਾਰੀ 0 ਇੱਕ ਵਾਰੀ x ਦੀ ਵੈਲਿਊ l ਪਰ ਆ ਗਿਓ ਠੀਕ ਹੈ ਹੁਣ ਐਸਐਚ ਪਹਿਲਾਂ ਇਹਦੇ ਚ ਲਈਏ ਪੁੱਟ x = 0 ਹੁਣ ਉੱਪਰ ਦੇਖੋ ਨਾਲ ਪਿਛਲੀ ਵਾਰੀ ਦੋਨੋਂ ਵਾਰੀ ਸਾਈਨ ਦੇ ਨਾਲ x ਸੀਗਾ ਇਸ ਲਈ ਸਾਈਨ 0 0 ਆਇਆ ਸੀ ਤੇ ਨੋਡ ਬਣਿਆ ਸੀ ਹੁਣ ਇਹਦੇ x 0 ਵਾਲੀ ਸਾਈਡ ਤੇ ਕੀ ਬਣਨਾ ਆਪਣਾ Antinode. ਐਂਟੀ ਨੋਡ ਦਾ ਮਤਲਬ ਹੋ ਗਿਆ ਮੈਕਸਿਮਮ ਡਿਸਪਲੇਸਮੈਂਟ ਚਾਹੀਦੀ Yes, sir. ਯਾਨੀ x 0 ਹੋਵੇ ਤੇ y ਮੈਕਸਿਮਮ ਆਵੇ ਇਦਾਂ x l ਹੋਵੇ ਤੇ y ਮੈਕਸਿਮਮ ਆਵੇ ਹੁਣ ਇਹ ਦੋ ਕੰਡੀਸ਼ਨਾਂ ਵਾ ਅੱਗੇ x 0 ਸੀ ਸਟ੍ਰਿੰਗ ਵਾਲੇ ਕੇਸ ਚ ਤੇ y 0 ਸੀ x l ਸੀ ਤੇ y 0 ਸੀ ਹੁਣ ਇਹਦੇ ਵਿੱਚ ਜਾ ਕੇ ਫਰਕ ਇਹ ਆ ਗਿਆ x 0 ਹੋਵੇ x l ਹੋਵੇ ਦੋਨੋਂ ਵਾਰੀ y ਮੈਕਸਿਮਮ ਦੀ ਕੰਡੀਸ਼ਨ ਬਣਦੀ ਪਈ ਆ ਠੀਕ ਹੈ ਤੇ ਉਹੀ ਪੁੱਤ ਆਪਣਾ ਇੱਥੇ cos ਨਾਲ ਹੀ ਉਹ ਕੰਡੀਸ਼ਨ ਬਣ ਸਕਦੀ ਸੀਗੀ ਇਸ ਲਈ ਐਂਗਲ ਦੀ ਕੰਡੀਸ਼ਨ ਚੇਂਜ ਹੋਈ ਆ ਇਹ ਧਿਆਨ ਰੱਖ ਲਿਓ ਹੁਣ ਜਦੋਂ x 0 ਆ ਤੇ ਆਪਾਂ ਇੱਥੇ ਕਹਿੰਨੇ cos ਦੀ ਵੈਲਿਊ 0 ਹੋ ਗਈ है ना y ਦੀ ਵੈਲਿਊ ਆ ਗਈ 2r cos of 0 sin of 2 pi by lambda vt ਤੇ cos 0 ਦੀ ਵੈਲਿਊ ਮੈਕਸਿਮਮ ਹੁੰਦੀ cos Yes, sir. ਵੈਲਿਊ Yes, ਮੈਕਸਿਮਮ ਹੁੰਦੀ ਹੈ Yes, ਬੱਚੇ sir. ਉਹ ਤੇ 5 ਤੋਂ 10 ਮਿੰਟ ਦਾ ਕੰਮ ਆ ਅਟੈਂਟਿਵ ਹੋ ਕੇ ਤੇ ਮਜ਼ੇ ਨਾਲ ਚੰਗੀ ਤਰ੍ਹਾਂ ਕਰੋ
ਇਹਦੇ ਨਾਲ cos 0 ਦੀ ਵੈਲਿਊ ਮੈਕਸਿਮਮ ਹੁੰਦੀ ਆ Yes, sir. Yes, sir. ਦੀ ਵੈਲਿਊ ਮੈਕਸਿਮਮ ਆ ਇਹਦਾ ਮਤਲਬ ਜੇ cos ਦੀ ਵੈਲਿਊ ਮੈਕਸਿਮਮ ਆ ਤੇ y ਵੀ ਮੈਕਸਿਮਮ ਆ ਗਿਆ ਤੇ ਜੇ y ਮੈਕਸਿਮਮ ਆ ਤੇ ਮਤਲਬ ਇਸ ਐਂਡ ਦੇ ਉੱਤੇ ਐਂਟੀ ਨੋਡ ਬਣੂ Yes, sir. Yes, sir. Yes, sir. that is anti-node is formed at origin ਇਹ ਮਤਲਬ ਜਿਹੜਾ ਤੁਹਾਡੀ organ ਪਾਈਪ ਦਾ origin ਆ ਉਹਦੇ ਉਸ ਐਂਡ ਤੇ ਐਂਟੀ ਨੋਡ ਬਣਦਾ ਪਿਆ ਇਦਾਂ ਹੀ ਹੁਣ ਦੂਜੇ ਐਂਡ ਨਾਲ ਆਪਾਂ ਸਾਰੇ ਉਹ ਐਂਗਲ ਦੱਸਣੇ ਜਿਹਦਾ ਪਿਛਲੀ ਵਾਰੀ ਦੱਸਿਆ ਵਾ ਹੁਣ ਦੂਜੇ ਪਾਸੇ ਆ ਜਾਓ put x equal to l ਲਾਸਟ ਲਾਈਨਸ ਆ ਆਪਣੀ ਆਲਮੋਸਟ ਆਰਟੀਕਲ ਦੀਆਂ ਹੁਣ ਜਦੋਂ x ਦੀ ਵੈਲਿਊ ਇੱਥੇ l ਭਰਾਂਗਾ ਤੇ ਇਸ ਆਪਣੇ organ ਪਾਈਪ ਦੇ ਦੂਜੇ ਐਂਡ ਤੇ ਪਹੁੰਚ ਗਏ ਆਪਾਂ ਤੇ ਦੂਜਾ ਐਂਡ ਵੀ ਓਪਨ ਹੋਣ ਕਰਕੇ ਉੱਥੇ ਡਿਸਪਲੇਸਮੈਂਟ ਕੀ ਆਊ Maximum. मैक्सिमम यानी एट x इक्वल टू l ठीक है y इक्वल टू मैक्सिमम इक्वल टू ਇਹਦਾ ਮਤਲਬ ਇਹ ਹੋ ਗਿਆ ਜੇ y ਮੈਕਸਿਮਮ ਆਇਆ ਤੇ cos ਦੀ ਇਸ ਵੈਲਿਊ ਨੇ ਮੈਕਸਿਮਮ ਕਰਾਇਆ ਠੀਕ ਹੈ y ਮੈਕਸਿਮਮ देयरफॉर cos 2 pi by lambda into l equal to maximum यानी cos ਦੀ ਆ ਸਾਰੀ ਦੀ ਸਾਰੀ ਵੈਲਿਊ x ਨੂੰ l ਭਰ ਕੇ ਮੈਕਸਿਮਮ ਆਣੀ ਚਾਹੀਦੀ cos ਦੀ ਮੈਕਸਿਮਮ ਵੈਲਿਊ ਕਿੰਨੀ ਹੁੰਦੀ ਜੀ 1. 1 प्लस माइनस 1 फिर लिख दियो cos ਦਾ ਕਿਹੜਾ ਕਿਹੜਾ ਐਂਗਲ ਆ ਜਿਹਦੀ ਵੈਲਿਊ 1 ਆਂਦੀ ਜਦੋਂ cos ਦੀ ਵੈਲਿਊ 1 ਆਂਦੀ 0 degree. ਹੋਰ 180 180 ਫਿਰ 360 ਫਿਰ 540 ਫਿਰ 720 ਇਹਦਾ ਮਤਲਬ ਜੇ ਨੂੰ ਆਪਾਂ ਪਾਈ ਦੀ ਫਾਰਮ ਚ ਬੋਲੀਏ ਜੇ ਇਸ ਵੈਕਟਰ ਪਾਈ ਦੀ ਫਾਰਮ ਚ ਬੋਲੀਏ ਤੇ cos 0 ਪਾਈ cos 1 ਪਾਈ cos 2 ਪਾਈ cos 3 ਪਾਈ cos n ਪਾਈ ਇਹਦਾ ਮਤਲਬ cos ਦੀ ਵੈਲਿਊ 1 ਆਈ ਆ ਠੀਕ ਹੈ ਜੀ ਜਦੋਂ ਜਦੋਂ cos n ਪਾਈ ਦੇ ਬਰਾਬਰ ਆ ਕਲੀਅਰ ਆ Yes, sir. Yes, sir. ਅੱਗੇ ਇੱਥੇ ਆਪਾਂ ਜਿੱਥੇ ਹੁਣ 2 ਪਾਈ ਬਾਈ ਲੈਮਡਾ ਲਿਖਿਆ ਹੋਇਆ ਪਿਛਲੇ ਦੋਨਾਂ ਟੌਪਿਕ ਚ ਇੱਥੇ k ਲਿਖਿਆ ਹੁੰਦਾ ਸੀ ਤੇ ਆਪਾਂ sin kl ਨੂੰ ਮੁੜ ਕੇ 2 ਪਾਈ ਬਾਈ ਲੈਮਡਾ ਭਰਦੇ ਸੀ ਇਹ ਚ ਪਹਿਲਾਂ ਹੀ ਆਪਾਂ 2 ਪਾਈ ਬਾਈ ਲੈਮਡਾ ਲਿਖਿਆ ਹੋਇਆ ਸਿਰਫ ਇਹ ਫਰਕ ਹੈ ਬੇਟਾ ਬਾਕੀ ਕੁਝ ਨਹੀਂ देयरफॉर ਇਥੋਂ ਇਕੁਏਟ ਕਰ ਦਈਏ ਤੇ 2 ਪਾਈ ਬਾਈ ਲੈਮਡਾ l ਇਕੁਅਲ ਟੂ n ਪਾਈ और इथों पाई पाई कैंसल करके लैम्डा का फॉर्मूला 2l by n आ गया जी Yes, sir. So, फॉर्मूला सेम स्ट्रिंग वाला आया पर मेथड ऑफ डेरिवेशन डिफरेंट है ये गल दिमाग च रख के चलियो ठीक है 180 दी कंडीशन करके सारा टॉपिक बदलिया वा बेटा ते कई बार स्कूल च उन्होंने जे नहीं डेरिवेशन कराई उन्होंने सिर्फ ये कह देना सेम स्ट्रिंग वर्गी आ देखो वही रिजल्ट आ पर ड्राइव करन लगे गलती हो जानी जे 180 दी कंडीशन ना याद रखी और बुक च डेरिवेशन दिती नहीं इस करके हुंदा ये है कि भी वो यही डेरिवेशन ज्यादा पेपर च पा दिंदे ठीक है हुण तुहाडे कोल मैथड ओदा पूरा हैगा ये इक्वेशन ड्राइव होनी चाहिए इस तो अगे जिहड़ा मॉड ऑफ वाइब्रेशन वाला पार्ट है ये सारा अपना एसएच ऑर्गन पाइप वाला लग जाना ग्राफिकल पैटर्न ठीक है वो बुक चो चेक करोगे किद्दां बनदे आ ਇਹਦੇ ਦੋਨਾਂ ਐਂਡ ਤੇ ਐਂਟੀ ਨੋਡ ਦਿਖਾਣੇ ਆ ਉਹ ਚ ਦੋਨਾਂ ਐਂਡ ਤੇ ਨੋਡ ਦਿਖਾਉਂਦੇ ਸੀ ਉਹ ਪੈਟਰਨ ਸਿਰਫ ਚੇਂਜ ਹੋਣਾ ਜਿਹੜਾ ਨਿਊ 1 ਨਿਊ 2 ਨਿਊ 3 ਉਹ ਸਾਰੀਆਂ ਵੈਲਿਊ ਆਪਣੀਆਂ ਸਟ੍ਰਿੰਗ ਵਾਲੀਆਂ ਹੀ ਆ ਜਾਣੀਆਂ ਕਲੀਅਰ ਹੈ ਬੱਚੇ yes, sir. Yes, sir. Yes, sir. Yes, sir. ਡੈਰੀਵੇਸ਼ਨ ਦੇ ਕਿਸੇ ਸਟੈਪ ਚ ਕਿਸੇ ਨੂੰ ਕੋਈ ਡਾਊਟ ਤੇ ਇੱਕ ਵਾਰੀ ਜ਼ਰੂਰ ਦੱਸੋ ਬੇਟਾ हाँ जी No, sir. No, sir. ओके है जी